ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਗੁਰ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਆਗੇ ਸਤਿਗੁਰ ਕੀ ਕਥਾ ਕਹੋਂ ਜਥਾ ਮਤ ਹੋਏ ਤਥਾ ਸੁਨਹੁ ਸ਼ਰੋਤਾ ਨਿਪੁਨ ਮਥਾ ਸਾਰ ਹੈ ਜੋਏ ਆਗੇ ਸਤਿਗੁਰ ਕੀ ਕਥਾ ਕਹੋਂ ਜਥਾ ਮਤ ਹੋਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਜਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਹਾਜ਼ਰਾ ਹਜ਼ੂਰ ਗੁਰੂ ਜਹਰਾ ਜਹੂਰ ਗੁਰੂ ਸਰਬ ਕਲਾ ਭਰਪੂਰ ਸਤਿਗੁਰੂ ਜੀ
ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਰਬੱਤ ਸੰਗਤਾਂ ਪਿਆਰ ਨਾਲ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਾਂ ਸਾਰੇ ਹੀ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਸੁੰਦਰ ਦਰਸ਼ਨ ਕਰ ਰਹੇ ਹਾਂ। ਪਿਆਰ ਦੇ ਨਾਲ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਕਥਾ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਬੇਅੰਤ ਸਿੱਖ ਸੰਗਤਾਂ ਦਾ, ਆਏ ਹੋਏ ਜਗਿਆਸੂਆਂ ਦਾ, ਗੁਰਮੁਖਾਂ ਦਾ, ਜੀਵ ਜੰਤੂ ਦਾ ਭਲਾ ਕਰ ਰਹੇ ਹਨ। ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਇੱਕ ਪੰਡਤ ਜੀ ਆ ਕੇ ਕਥਾ ਕਰਨ ਲੱਗੇ ਹੈ। ਉਹਨਾਂ ਦੇ ਮਨ ਦਾ ਸ਼ੰਕਾ ਸੀ ਵੀ ਮੈਨੂੰ ਕਿਉਂ ਨਹੀਂ ਅਨਨ ਆਖਿਆ। ਗੁਰੂ ਸਾਹਿਬ ਨੇ ਉਹਨਾਂ ਦਾ ਸ਼ੰਕਾ ਨਿਵਰਤ ਕੀਤਾ ਜੀ। ਭਾਈ ਪੈੜਾ ਜੀ ਪ੍ਰਾਣ ਸੰਗਲੀ ਲੈਣ ਵਾਸਤੇ ਸੰਗਲਾ ਦੀਪ ਵਿੱਚ ਗਏ ਆ। ਭਾਈ ਪੈੜਾ ਜੀ ਜਦੋਂ ਉੱਥੇ ਗਏ ਆ, ਉੱਥੋਂ ਦੇ ਰਾਜੇ ਦਾ ਨਾਮ ਉਸ ਸਮੇਂ ਮਾਇਆ ਮੇਦਨੀ ਸੀ। ਮਾਇਆ ਮੇਦਨੀ ਨੇ ਭਾਈ ਪੈੜਾ ਮੋਖਾ ਜੀ ਦਾ ਬਹੁਤ ਹੀ ਸਤਿਕਾਰ ਕੀਤਾ ਹੈ ਜੀ, ਬਹੁਤ ਸਤਿਕਾਰ ਕੀਤਾ। ਕਿਵੇਂ ਉਹ ਪ੍ਰਾਣ ਸੰਗਲੀ ਲੈ ਕੇ ਵਾਪਸ ਆਏ ਜੀ। ਜਦੋਂ ਉਹ ਵਾਪਸ ਆ ਰਹੇ ਆ, ਰਸਤੇ ਵਿੱਚ ਇੱਕ ਸਾਧੂ ਨੇ ਆਖਿਆ ਵੀ ਮੈਂ ਦਰਸ਼ਨ ਕਰਨੇ ਆ। ਭਾਈ ਪੈੜਾ ਜੀ ਨੇ ਕਿਹਾ ਵੀ ਇਹ ਮੈਨੂੰ ਹੁਕਮ ਨਹੀਂ ਹੈ ਖੋਲਣ ਦਾ, ਤੂੰ ਮੇਰੇ ਨਾਲ ਚੱਲ। ਭਾਈ ਪੈੜਾ ਮੋਖਾ ਜੀ ਘਰ ਵਿੱਚ ਆਏ, ਪੋਥੀ ਪ੍ਰਕਾਸ਼ ਵੀ ਕਰ ਲਈ, ਵਿੱਚੋਂ ਅੰਗ ਵੀ ਕੱਢ ਲਏ ਜੀ। ਗੁਰੂ ਅੰਤਰਜਾਮੀ ਜਾਣ ਗਏ ਆ ਸਾਰੀ ਗੱਲ। ਪੋਥੀ ਸਾਹਿਬ ਪੜ੍ਹੀ ਆ ਮਹਾਰਾਜ ਨੇ। ਬਹੁਤ ਉੱਚ ਲੈਵਲ ਦੀਆਂ ਗੱਲਾਂ ਹੋਣ ਕਰਕੇ ਮਹਾਰਾਜ ਗਰੀਬ ਨਵਾਜ ਨੇ ਪੋਥੀ ਸਾਹਿਬ ਸੰਤੋਖ ਦਿੱਤੀ। ਭਾਈ ਪੈੜਾ ਮੋਖਾ ਜੀ ਨੂੰ ਕੁਝ ਵੀ ਮਾੜਾ ਨਹੀਂ ਕਿਹਾ। ਇੰਨੀ ਗੱਲ ਕਹੀ, ਭਾਈ ਪੈੜੇ ਜਿਹੜੇ ਪ੍ਰਸੰਗ ਘਰ ਲੁਕਾ ਕੇ ਰੱਖੇ ਵਿੱਚ ਰਲਾ ਦੇ ਤੇ ਪੋਥੀ ਜਲ ਪ੍ਰਵਾਹ ਕਰ ਰਿਹਾ। ਉਹ ਸਾਰੀ ਕਥਾ ਤੁਸਾਂ ਸਰਵਣ ਕੀਤੀ। ਗੁਰੂ ਸਾਹਿਬ ਪੜਦੇ ਕੱਜਦੇ ਨੇ ਜੀ ਬੰਦੇ ਦੇ ਜੀ, ਪੜਦੇ ਕੱਜਦੇ ਨੇ। ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਪੜਦੇ ਕੱਜ ਕੇ ਰੱਖਿਓ ਮਹਾਰਾਜ। ਆਖੋ ਵਾਹਿਗੁਰੂ ਵਾਹਿਗੁਰੂ। ਚੇਤਾ ਰੱਖਿਓ, ਜੇ ਇੱਥੇ ਵਾਹਿਗੁਰੂ ਜੀ ਨੇ ਪੜਦੇ ਕੱਜੇ ਤੇ ਅੱਗੇ ਵੀ ਪੜਦੇ ਕੱਜੇ ਹੀ ਰਹਿਣਗੇ ਜੀ। ਦਰਗਾਹ ਵਿੱਚ ਜਾ ਕੇ ਵੀ ਬੰਦੇ ਦੀ ਫਿਰ ਇੱਜ਼ਤ ਜਿਹੜੀ ਆ ਉਹਦੀ ਬੇਪੱਤੀ ਨਹੀਂ ਹੁੰਦੀ। ਮਹਾਰਾਜ ਉੱਥੇ ਵੀ ਉਹਦੇ ਪੜਦੇ ਕੱਜਦੇ ਆ ਜੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਸਾਰੀਆਂ ਸੰਗਤਾਂ ਜੋੜੋ ਦੋਵੇਂ ਹੱਥ, ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਬਹੁਤ ਪਿਆਰ ਨਾਲ ਗੱਜ ਕੇ ਕਹੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਆਗੇ ਸਤਿਗੁਰ ਕੀ ਕਥਾ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਤੁਸੀਂ ਹੁਣ ਤੱਕ ਜਿਵੇਂ ਕਥਾ ਸੁਣੀ ਹੈ, ਅੱਗੇ ਵੀ ਮਹਾਰਾਜ ਜੀ ਦੀ ਪਵਿੱਤਰ ਕਥਾ ਕਹੋਂ ਜਥਾ ਮਤ ਹੋਏ। ਮੈਂ ਕਹਾਂਗਾ ਕਹਿਣ ਲੱਗੇ, ਜਿੰਨੀ ਕੁ ਮੈਨੂੰ ਗੁਰੂ ਜੀ ਨੇ ਬੁੱਧੀ ਬਖਸ਼ਿਸ਼ ਕੀਤੀ ਹੈ ਉਸ ਹਿਸਾਬ ਨਾਲ ਕਥਾ ਅੱਗੇ ਕਹਾਂਗਾ। ਤਥਾ ਸੁਨਹੁ ਸ਼ਰੋਤਾ ਨਿਪੁੰਨ ਮਥਾ ਸਾਰ ਹੈ ਜੋਏ। ਕਹਿੰਦੇ ਉਵੇਂ ਹੀ ਹੇ ਪਿਆਰਿਓ, ਉਸੇ ਤਰ੍ਹਾਂ ਅੱਗੇ ਕਥਾ ਸੁਣੋ ਕਹਿਣ ਲੱਗੇ। ਕਹਿੰਦੇ ਮੈਂ ਬਹੁਤ ਇਤਿਹਾਸ ਦਾ ਨਿਚੋੜ ਕੱਢ ਕੇ ਇੱਥੇ ਲਿਖਿਆ ਕਹਿਣ ਲੱਗੇ, ਬਿਲਕੁਲ ਨਿਚੋੜ ਕੱਢ ਕੇ ਲਿਖਿਆ ਕਹਿਣ ਲੱਗੇ।
ਉਹ ਸਾਰੀ ਸੁਣੋ। ਸ਼੍ਰੀ ਗ੍ਰੰਥ ਸਾਹਿਬ ਸ਼ਬਦ ਕਰਹਿ ਬੀੜ ਕੋ ਏਕ। ਹੱਥ ਜੋੜੋ ਸਾਰੇ ਪ੍ਰੇਮੀਆਂ, ਹੱਥ ਜੋੜ ਕੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅੱਜ ਸਾਰਾ ਸਿੱਖ ਜਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੋਹਣੇ ਦਰਸ਼ਨ ਕਰਦਾ ਹੈ ਜੀ। ਜਿੰਨੀ ਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਕੱਠੀ ਜਿਵੇਂ ਕੀਤੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ। ਹਾਂਜੀ। ਗਿਰਾ ਪੰਚ ਪਾਤਸ਼ਾਹ ਕੀ ਪੂਰਨ ਆਦ ਵਿਵੇਕ। ਉਹ ਹੁਣ ਤੁਸੀਂ ਕਥਾ ਸੁਣੋਗੇ ਕਹਿਣ ਲੱਗੇ। ਪੰਜ ਪਾਤਸ਼ਾਹੀਆਂ ਦੀ ਮਹਾਨ ਪਵਿੱਤਰ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਉਸ ਸਮੇਂ ਕਰਵਾਈ। ਉਹ ਕਥਾ ਬੜੇ ਪਿਆਰ ਨਾਲ ਸੁਣੋ ਕਹਿਣ ਲੱਗੇ। ਸੰਗਤ ਜੀ ਇਹ ਕਥਾ ਸੁਣਨੀ ਵਾਲੀ ਹੈ। ਸਾਡੇ ਮਾਲਕ ਨੇ, ਸਾਡੇ ਪਿਤਾ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਰੀ ਇਕੱਤਰ ਕਰਵਾਈ। ਕਿਵੇਂ ਲਿਖੀ ਉਹ ਹੁਣ ਕਥਾ ਆਏਗੀ ਅੱਗੇ। ਹਾਂਜੀ। ਨਿਸ਼ਾਨੀ ਛੰਦ ਇਮ ਸ਼੍ਰੀ ਅਰਜਨ ਸਤਿਗੁਰੂ ਤਿਹ ਸਮਾਂ ਬਿਤਾਇਓ। ਇਸ ਤਰੀਕੇ ਦੇ ਨਾਲ ਹਜੂਰ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਸਮਾਂ ਲੰਘਾ ਰਹੇ ਨੇ, ਸਫਲਾ ਕਰ ਰਹੇ ਨੇ। ਗਿਆਨ ਸ਼੍ਰੋਮਣ ਧੀਰ ਬੱਡ ਬਚ ਮਦਰ ਸੁਹਾਇਓ। ਗਿਆਨ ਵਿੱਚ ਸ਼੍ਰੋਮਣੀ ਨੇ ਮਹਾਰਾਜ ਸੱਚੇ ਪਾਤਸ਼ਾਹ, ਸ਼੍ਰੋਮਣੀ ਨੇ ਮਹਾਰਾਜ ਗਰੀਬ ਨਵਾਜ ਜੀ ਦੇ ਬਚਨ ਬੜੇ ਹੀ ਮਿੱਠੇ ਹਨ। ਮਹਾਰਾਜ ਜੀ ਦੇ ਗੁਣ ਦੱਸਣ ਲੱਗੇ ਕਵੀ ਜੀ। ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਤ ਸੰਤੋਖ ਸੁਸ਼ੀਲਤਾ ਸਚ ਸੁੰਦਰਤਾਈ। ਸਤ ਸੰਤੋਖ ਸੁਸ਼ੀਲਤਾ ਸੋਚ ਸੁੰਦਰਤਾਈ। ਇਹ ਪੰਜ ਚੀਜ਼ਾਂ ਦਾ ਜ਼ਿਕਰ ਕਵੀ ਜੀ ਨੇ ਕੀਤਾ ਜੀ। ਗੁਰੂ ਅਰਜਨ ਦੇਵ ਮਹਾਰਾਜ ਸਦਾ ਸੱਚ ਬੋਲਦੇ ਹੈ ਜੀ। ਮਹਾਰਾਜ ਦੇ ਅੰਦਰ ਸੰਤੋਖ ਹੈਗਾ ਹੈ ਜੀ। ਹਾਂਜੀ। ਸਬਰ ਹੈਗਾ ਜੀ। ਸੁਸ਼ੀਲਤਾ ਹੈ, ਪਵਿੱਤਰਤਾ ਹੈ ਮਹਾਰਾਜ ਜੀ ਦੇ ਅੰਦਰ ਜੀ। ਸੁਚਮਤਾ ਮਹਾਰਾਜ ਗਰੀਬ ਨਵਾਜ ਜੀ ਨੇ ਰੱਖੀ ਹੋਈ ਹੈ। ਚਿਹਰੇ ਤੇ ਮਹਾਰਾਜ ਜੀ ਦੇ ਬਹੁਤ ਸੁੰਦਰਤਾਈ ਹੈ ਜੀ। ਹਾਂਜੀ। ਦਇਆ ਸ਼ਿਮਾ ਮੁਦਤਾ ਮਹਾ ਕੋਮਲ ਸਰਲਾਈ। ਦਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਹਿਰਦਾ ਹੈ ਨਾ ਉਹ ਬੜਾ ਦਿਆਲੂ ਹੈ। ਫਿਰ ਸ਼ਿਮਾ, ਖਿਮਾ ਕਰ ਦੇਣਾ, ਮੁਆਫ ਕਰ ਦੇਣਾ ਕਿਸੇ ਨੂੰ। ਇਹ ਵੀ ਮਹਾਰਾਜ ਵਿੱਚ ਬਹੁਤ ਵੱਡਾ ਗੁਣ ਹੈਗਾ ਹੈ ਜੀ। ਫਿਰ ਮੁੱਦਤਾ, ਮੁੱਦਤਾ ਕਹਿੰਦੇ ਹਰ ਸਮੇਂ ਪ੍ਰਸੰਨ ਰਹਿਣਾ ਜੀ। ਹਰ ਸਮੇਂ ਮਹਾਰਾਜ ਪ੍ਰਸੰਨ ਰਹਿੰਦੇ ਆ। ਤੇ ਅੱਗੇ ਮਹਾ ਕੋਮਲ, ਮੁਖੋਂ ਬਹੁਤ ਕੋਮਲ ਬਚਨ ਬੋਲਦੇ ਆ। ਜਿਹੜੇ ਬਚਨ ਕੋਈ ਵੀ ਸੁਣਦਾ ਉਹਨੂੰ ਸ਼ਾਂਤੀ ਮਿਲਦੀ ਹੈ। ਤੇ ਸਰਲਾਈ, ਗੱਜ ਕੇ ਆਖੋ ਵਾਹਿਗੁਰੂ। ਭਾਵ ਸ਼ੁੱਧਤਾਈ ਹੈ ਮਹਾਰਾਜ ਜੀ ਦੇ ਅੰਦਰ ਜੀ। ਹਾਂਜੀ। ਅਨਸੂਯੋ ਧੀਰਜ ਧਰਮ ਗੁਣ ਆਦਿਕ ਗਿਆਨਾ। ਮਹਾਰਾਜ ਗਰੀਬ ਨਵਾਜ ਜੀ ਦਾ ਹੀ ਹਿਰਦਾ ਈਰਖਾ ਰਹਿਤ ਹੈ ਜੀ। ਬਾਬਾ ਪ੍ਰਿਥਿਆ ਜੀ ਨੇ ਈਰਖਾ ਦਾ ਸਿਰਾ ਲਾਇਆ ਜੀ। ਗੁਰੂ ਸਾਹਿਬ ਮਹਾਰਾਜ ਸ਼ਾਂਤ ਰਹੇ ਜੀ। ਗੁਰੂ ਸਾਹਿਬ ਨੇ ਈਰਖਾ ਨਹੀਂ ਕੀਤੀ ਜੀ। ਧੀਰਜਵਾਨ ਹਨ ਮਹਾਰਾਜ। ਬਹੁਤ ਵੱਡਾ ਧੀਰਜ ਹੈ ਮਹਾਰਾਜ ਜੀ ਦੇ ਅੰਦਰ ਜੀ। ਧਰਮ ਦੇ ਜਿੰਨੇ ਗੁਣ ਨੇ ਨਾ, ਕਵੀ ਸੰਤੋਖ ਸਿੰਘ ਜੀ ਲਿਖਦੇ ਹੋ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਸਾਰੇ ਹੀ ਹਨ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਰਤਨ ਬਿਲਾਸ ਪ੍ਰਕਾਸ਼ ਤੇ ਜਾਤੀ ਇਹ ਨਾਨਾ। ਤੇ ਰਤਨ ਵਿਸਾਲ ਪ੍ਰਕਾਸ਼ ਤੇ ਜਾਤੀ ਇਹ ਨਾਨਾ। ਕਹਿਣ ਲੱਗੇ ਜਿੰਨੇ ਸ਼ੁਭ ਗੁਣ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿੱਚ ਪ੍ਰਕਾਸ਼ ਰਹੇ। ਮਹਾਰਾਜ ਜੀ ਦੇ ਹਿਰਦੇ ਵਿੱਚ ਪ੍ਰਕਾਸ਼ ਰਹੇ ਨੇ ਸਾਰੇ ਗੁਣ। ਬਹੁਤ ਕੋਮਲ, ਬਹੁਤ ਵਧੀਆ
ਗੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਹਨ। ਸਾਰ ਅਸਾਰ ਵਿਚਾਰਬੋ ਗੰਭੀਰ ਸੋ ਨੀਰਾ। ਹਾਂਜੀ। ਪ੍ਰੇਮ ਸ਼ੋਭ ਤੇ ਭਗਤ ਨਿਤ ਬੀਚੀ ਸੁਖ ਸੀਰਾ। ਮਹਾਰਾਜ ਹਰ ਸਮੇਂ ਨਾ ਜੀ ਸਾਰ ਤੇ ਅਸਾਰ ਇਹਨਾਂ ਗੱਲਾਂ ਦੇ ਵਿਚਾਰ ਰੱਖਦੇ ਆ। ਗੱਜ ਕੇ ਆਖੋ ਵਾਹਿਗੁਰੂ। ਸਾਰ ਅਸਾਰ ਇਹਦਾ ਭਾਵ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਜੀ। ਮਹਾਰਾਜ ਹਰ ਸਮੇਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਆ। ਫਿਰ ਬਹੁਤ ਗੰਭੀਰ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਹਾਂਜੀ। ਸੰਤ ਹੰਸ ਬਿਲ ਸਤ ਸਦਾ ਜਮ ਤਾਪ ਬਿਹਾਏ। ਸੰਤ ਭਗਤ ਰੱਬ ਦੇ ਪਿਆਰੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਪ੍ਰਾਪਤ ਕਰਦੇ ਨੇ। ਬਹੁਤ ਰਸ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜੀ। ਵੇਖੋ ਨਾ ਜੀ ਬਾਣੀ ਪੜ੍ਹਨ ਵਾਲੇ ਦੇ ਦਰਸ਼ਨ ਕਰਕੇ ਹੀ ਬੰਦਾ ਆਨੰਦਿਤ ਹੋ ਜਾਂਦਾ ਜੀ। ਹਾਂਜੀ। ਤੇ ਤੁਸੀਂ ਅੰਦਾਜ਼ਾ ਲਾਓ ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਦੇ ਹੋਣਗੇ ਕਿੰਨੀ ਸ਼ਾਂਤੀ ਮਿਲਦੀ ਹੋਏਗੀ ਜੀ ਉਹਨਾਂ ਨੂੰ ਜੀ। ਕੈਸੇ ਸੋਹਣੇ ਦਰਸ਼ਨ ਹੋਣਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਸ਼ੇਮ ਅਨੇਕਨ ਕੋ ਕਰੈ ਇਮ ਸਿੰਧ ਸੁਹਾਏ। ਗੱਜ ਕੇ ਆਖੋ ਵਾਹਿਗੁਰੂ। ਅਨੇਕਾਂ ਦਾ ਮਹਾਰਾਜ ਨੇ ਕਲਿਆਣ ਕੀਤਾ ਜੀ। ਬ੍ਰਹਮ ਗਿਆਨ ਦੀ ਦਾਤ ਕਈਆਂ ਨੂੰ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਨੇ ਜੀ। ਹਾਂਜੀ। ਸ਼ਬਦ ਕਰਤ ਚਿਤ ਚਿਤਵਤੇ ਇਕ ਥਾਨ ਲਖੀਜੈ। ਹਾਂਜੀ। ਪਠਹਿ ਸੁਨਹਿ ਸਿੱਖ ਸੁਖ ਲਹੈ ਸਿੱਖੀ ਥਿਰ ਥੀਜੈ। ਕਹਿੰਦੇ ਮਹਾਰਾਜ ਨਾ ਦਿਨ ਰਾਤ ਪਹਿਲਾਂ ਹੀ ਵਿਚਾਰ ਕਰ ਰਹੇ ਆਪਣੇ ਮਨ 'ਚ। ਕਿਸ ਗੱਲ ਦੀ? ਕਿ ਜਿੰਨੀ ਬਾਣੀ ਹੈ ਨਾ ਸਤਿਗੁਰਾਂ ਦੀ ਉਹ ਸਾਰੀ ਬਾਣੀ ਇਕੱਠੀ ਕਰ ਦਈਏ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਪਹਿਲਾਂ ਹੀ ਆਪਣੇ ਮਨ 'ਚ ਵਿਚਾਰ ਬਣਾ ਰਹੇ ਕਿਉਂ ਜਾਣੀ ਜਾਣਦੇ ਨਾ ਸੱਚੇ ਪਾਤਸ਼ਾਹ। ਹਾਂਜੀ। ਇੱਕ ਦਿਨ ਬੈਠੇ ਗੁਰੂ ਜੀ ਬਹੁ ਸਭਾ ਲਗਾਏ। ਸਿੱਖ ਪੜ੍ਹਿਆ ਕਰਨਗੇ ਸੁਣਿਆ ਕਰਨਗੇ ਬਾਣੀ ਉਹਨਾਂ ਦਾ ਭਲਾ ਹੋਏਗਾ। ਇੱਕ ਦਿਨ ਹਜੂਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਆ। ਬੇਅੰਤ ਸੰਗਤਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੀਆਂ ਨੇ। ਬਹੁਤ ਸੋਹਣਾ ਦਰਬਾਰ ਸੱਜਿਆ ਜੀ। ਹਾਂਜੀ। ਉਪਦੇਸ਼ਤ ਸਤਨਾਮ ਕੋ ਚਖ ਕਰੁਣਾ ਛਾਏ। ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਨਾਮ ਦਾ ਉਪਦੇਸ਼ ਦੇ ਰਹੇ। ਭਾਈ ਵਾਹਿਗੁਰੂ ਦਾ ਨਾਮ ਜਪਿਆ ਕਰੋ। ਆਖੋ ਵਾਹਿਗੁਰੂ। ਗੱਜ ਕੇ ਕਹੋ। ਮਹਾਰਾਜ ਨਾਮ ਦਾ ਉਪਦੇਸ਼ ਦੇ ਰਹੇ ਨੇ ਸਭ ਨੂੰ। ਹਾਂਜੀ। ਇੱਕ ਸਿੱਖ ਬੋਲਿਓ ਜੋਰ ਕਰ ਗੁਰੂ ਜੀ ਸੁਨ ਲੀਜੈ। ਸੰਗਤ ਬਹੁਤ ਬੈਠੀ ਹੈ। ਦੀਵਾਨ ਦੀ ਸੰਪੂਰਨਤਾ ਹੋਈ। ਇੱਕ ਸਿੱਖ ਬੋਲਿਓ ਜੋਰ ਕਰ ਗੁਰ ਜੀ ਸੁਨ ਲੀਜੈ। ਹੱਥ ਜੋੜ ਕੇ ਇੱਕ ਸਿੱਖ ਮਹਾਰਾਜ ਨੂੰ ਕਹਿਣ ਲੱਗਾ ਉੱਠ ਕੇ, ਹੇ ਮਹਾਰਾਜ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਹੈ। ਮਹਾਰਾਜ ਕਹਿੰਦੇ ਦੱਸੋ। ਪ੍ਰਿਥਿਆ ਆਦਿਕ ਅਪਰ ਬਹੁ ਤਿਨ ਕਰਮ ਲਖੀਜੈ। ਬਾਬਾ ਪ੍ਰਿਥਿਆ ਤੁਹਾਡਾ ਵੱਡਾ ਭਰਾ ਤੇ ਕੁਝ ਲੋਕ ਹੋਰ ਮਹਾਰਾਜ ਇੱਕ ਕੰਮ ਕਰ ਰਹੇ ਨੇ। ਮਹਾਰਾਜ ਕਹਿੰਦੇ ਦੱਸੋ ਭਾਈ। ਹਾਂਜੀ। ਆਪ ਬਨਾਵਤ ਸ਼ਬਦ ਕੋ ਨਿਜ ਬੁੱਧ ਅਨੁਸਾਰੀ। ਮਹਾਰਾਜ ਉਹ ਆਪਣੀ ਬੁੱਧੀ ਦੇ ਅਨੁਸਾਰ ਬਾਣੀ ਰਚ ਰਹੇ ਨੇ। ਕੱਢ ਕੇ ਆਖੋ ਵਾਹਿਗੁਰੂ। ਬਸ ਇੰਨਾ ਕੁ ਫਰਕ ਹੈ। ਇੱਥੇ 1 ਮਿੰਟ ਲਈ ਮੈਂ ਰੁਕ ਰਿਹਾ, ਧਿਆਨ ਨਾਲ ਸੁਣਿਓ। ਸਿੱਖ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਉਹ ਆਪਣੀ ਬੁੱਧੀ ਨਾਲ ਬਾਣੀ ਬਣਾ ਰਹੇ ਨੇ। ਪਿਆਰਿਓ ਆਪਣੀ ਅਕਲ ਦੇ ਨਾਲ ਬਾਣੀ ਨਹੀਂ ਰਚੀ ਜਾਂਦੀ ਜੀ। ਇਸੇ ਕਰਕੇ ਉਹਨਾਂ ਦੀ ਬਾਣੀ ਪ੍ਰਵਾਨ ਦੀ ਨਾ ਜੀ ਹੋਈ ਜੀ। ਅੱਜ ਤੱਕ ਜਿੰਨਿਆਂ ਨੇ ਬਾਣੀ ਉਚਾਰੀ ਉਹਨਾਂ ਅੰਦਰ ਵਾਹਿਗੁਰੂ ਜੀ ਆਪ ਬੋਲੇ ਜੀ। ਉਹ ਤੇ ਬੁੱਧੀ ਦੇ ਲੈਵਲ ਤੋਂ ਉੱਤੇ ਦੀ ਹੋ ਗਏ ਸਨ ਜੀ। ਪਰ ਇਹ ਬੁੱਧੀ ਨਾਲ ਉਚਾਰ ਰਹੇ, ਅਕਲ ਦੇ ਨਾਲ ਉਚਾਰ ਰਹੇ ਹੈ। ਅੱਖਰ ਜੋੜ ਜੋੜ ਕੇ ਬਣਾ ਰਹੇ ਹੈ ਵੀ ਸੰਗਤਾਂ ਨੂੰ ਭੁਲੇਖਾ ਪੈ ਜਾਵੇ ਜੀ। ਹਾਂਜੀ। ਸ਼੍ਰੀ ਨਾਨਕ ਕੋ ਨਾਮ ਸ਼ੁਭ ਧਰ ਦੇਤ ਮਝਾਰੀ। ਫਿਰ ਮਹਾਰਾਜ ਹੋਰ ਗੱਲ ਇਹ ਹੈ ਕਿ ਉਹ ਜਦੋਂ ਬਾਣੀ ਉਚਾਰਦੇ ਆ ਨਾ ਆਪਣੀ,
ਤੇ ਹੇਠਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖ ਦਿੰਦੇ ਨੇ ਜੀ। ਸਿੱਖ ਜਗਤ ਵਿੱਚ ਬੜੀ ਵੱਡੀ ਪਛਾਣ ਮੰਨੀ ਜਾਂਦੀ ਹੈ ਜਦੋਂ ਮੁੱਖ ਵਾਕ ਵੀ ਹੁੰਦਾ ਹੈ ਵੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਆ ਗਿਆ ਉੱਥੇ ਸ਼ਬਦ ਸੰਪੂਰਨ ਹੋ ਜਾਏਗਾ ਜੀ। ਇਹਦਾ ਬੜਾ ਵੱਡਾ ਭਾਵ ਚ ਤੁਸੀਂ ਬਾਣੀ ਗੁਰੂ ਅੰਗਦ ਸਾਹਿਬ ਜੀ ਦੀ ਪੜ੍ਹ ਲਓ, ਬਾਣੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਪੜ੍ਹ ਲਓ, ਬਾਣੀ ਗੁਰੂ ਰਾਮਦਾਸ ਜਾਂ ਗੁਰੂ ਅਰਜਨ ਸਾਹਿਬ ਜੀ ਦੀ ਪੜ੍ਹ ਲਓ। ਹਰ ਸ਼ਬਦ ਦੇ ਭੋਗ ਤੇ ਨਾਮ ਗੁਰੂ ਨਾਨਕ ਸਾਹਿਬ ਜੀ ਦਾ ਹੀ ਆਏਗਾ ਜੀ। ਕਿਉਂ ਆਏਗਾ? ਇਹਦਾ ਇਹ ਭਾਵ ਹੈ ਸਿੱਖੋ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਅੰਗਦ ਸਾਹਿਬ, ਇਹਨਾਂ ਨੂੰ ਵੱਖ ਨਾ ਸਮਝ ਲਓ, ਇਹ ਗੁਰੂ ਨਾਨਕ ਸਾਹਿਬ ਹੀ ਹਨ। ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਿੱਖ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਉਹ ਵੀ ਆਪਣੇ ਨਾਮ ਹੇਠਾਂ, ਵਾਹਿਗੁਰੂ ਆਪਣੀ ਬਾਣੀ ਹੇਠਾਂ ਗੁਰੂ ਨਾਨਕ ਸਾਹਿਬ ਦਾ ਨਾਮ ਲਿਖਦੇ ਆ। ਕੌਣ ਸਨ ਬਾਣੀ ਜਿਹੜੇ ਉਹ ਉਚਾਰ ਰਹੇ ਸਨ? ਬਾਬੇ ਪ੍ਰਿਥੀਏ ਦਾ ਪੁੱਤਰ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਭਤੀਜਾ, ਜਿਹਦਾ ਨਾਮ ਹੈ ਬਾਬਾ ਮਿਹਰਬਾਨ। ਪ੍ਰਿਥੀਏ ਨੇ ਇਹ ਗੱਲ ਕਹੀ ਸੀ ਮਿਹਰਬਾਨ ਨੂੰ ਵੀ ਤੂੰ ਬਾਣੀ ਲਿਖ, ਅਸੀਂ ਸੰਗਤ ਨੂੰ ਭੁਲੇਖਾ ਪਾਵਾਂਗੇ ਵੀ ਮੈਂ ਵੀ ਗੁਰੂ ਹੈਗਾ, ਕਿਉਂ ਬਾਣੀ ਗੁਰੂ ਹੀ ਉਚਾਰਦੇ ਸਨ। ਪਰ ਕਿਸੇ ਨਕਲੀ ਦੀ ਬਾਣੀ ਗੁਰੂ ਦੀ ਬਾਣੀ ਦੇ ਬਰਾਬਰ ਨਹੀਂ ਹੋ ਸਕਦੀ ਜੀ। ਪਿੱਛੇ ਦੇ ਇੱਕ ਸਿੰਘ ਮੈਨੂੰ ਕਹਿਣ ਲੱਗਾ ਗਿਆਨੀ ਜੀ, ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਕਮਾਲ ਹੈ। ਕਹਿਣ ਲੱਗਾ ਕਿਵੇਂ? ਮਹਾਰਾਜ ਲਿਖਦੇ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਕਿੰਨਾ ਪਿਆਰ ਹੈ, ਕਹਿਣ ਲੱਗਾ ਇਸ ਪੰਕਤੀ 'ਚ ਕਿੰਨਾ ਪਿਆਰ ਹੈ, ਤੇ ਗੱਲ ਵੀ ਸੱਚੀ ਹੈ ਜੀ। ਸਿੱਖ ਨੇ ਮਹਾਰਾਜ ਨੂੰ ਬੇਨਤੀ ਕੀਤੀ ਹੈ, ਕੋਈ ਸਕੈ ਪਛਾਨ ਕਰ, ਕੋ ਸਕੈ ਨਾ ਜਾਣੀ। ਸਿਆਣੇ ਸਿੱਖ ਜਿਹੜੇ ਆ ਮਹਾਰਾਜ ਉਹ ਤੇ ਪਛਾਣ ਲੈਂਦੇ ਵੀ ਇਹ ਗੁਰੂ ਦੀ ਬਾਣੀ ਨਹੀਂ ਹੈਗੀ, ਪਰ ਮਹਾਰਾਜ ਕਈਆਂ ਨੂੰ ਪਤਾ ਨਹੀਂ ਲੱਗਦਾ, ਉਹ ਫਿਰ ਕੱਚੇ ਪਿੱਲਿਆਂ ਦੀ ਬਾਣੀ ਪੜ੍ਹਨ ਲੱਗ ਪੈਂਦੇ ਹੈ। ਗੁਰੂ ਅਮਰਦਾਸ ਸਾਹਿਬ ਵੇਲੇ ਵੀ ਉਚਾਰਦੇ ਸੀਗੇ, ਤੇ ਮਹਾਰਾਜ ਨੇ ਬਾਣੀ 'ਚ ਕਿਹਾ ਫਿਰ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ, ਕਛੂ ਨਾ ਜਾਣੀ। ਕਿਉਂ ਬਾਣੀ ਉਹ ਉਚਾਰਦੇ ਸਨ? ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਬਾਣੀ। ਕਹੈ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ। ਹੇ ਮਹਾਰਾਜ, ਕਈ ਸਿੱਖ ਤੇ ਪਛਾਣ ਲੈਂਦੇ ਆ, ਕਈ ਨਹੀਂ ਪਛਾਣਦੇ। ਹਾਂਜੀ। ਅਲਪ ਮਤੀ ਆਸ਼ੈ ਗੁਰੂ ਕਿਮ ਸਕੈ ਬਖਾਨੀ। ਮਹਾਰਾਜ ਥੋੜੀ ਬੁੱਧੀ ਵਾਲੇ ਜਿਹੜੇ ਜੀਵ ਹੈ, ਮਹਾਰਾਜ ਉਹਨਾਂ ਨੂੰ ਸਮਝ ਨਹੀਂ ਆਉਂਦੀ ਜੀ ਵੀ ਗੁਰੂ ਦੀ ਬਾਣੀ ਕਿਹੜੀ ਹੈ, ਕੱਚੀ ਬਾਣੀ ਕਿਹੜੀ ਹੈ। ਵੇਖੋ ਨਾ ਜੀ, ਉਦੋਂ ਦੀ ਰਲਾਈ ਹੋਈ ਪੰਕਤੀ ਅੱਜ ਤੱਕ ਸਿੱਖ ਕੌਮ ਵਿੱਚ ਤੁਰੀ ਆ ਰਹੀ ਹੈ, ਨਾਮ ਖੁਮਾਰੀ ਨਾਨਕਾ। ਵੇਖ ਲਓ, ਤੁਹਾਨੂੰ ਯਾਦ ਹੈਗੀ ਜੇ ਪੰਕਤੀ, ਇਹ ਗੁਰਬਾਣੀ ਨਹੀਂ ਹੈਗੀ ਜੀ, ਤੁਰੀ ਆ ਰਹੀ ਜੀ। ਹਾਂਜੀ। ਰਲ ਜਹੈ ਇਮ ਸਕਲ ਹੀ ਗੁਰਮਤਿ ਬਿਗਰੈ ਹੈ। ਸੱਚੇ ਪਾਤਸ਼ਾਹ ਇਸ ਤਰੀਕੇ ਨਾਲ ਤੇ ਸਾਰੀ ਬਾਣੀ ਰਲ ਜਾਏਗੀ ਮਹਾਰਾਜ। ਕੋਈ ਕੱਚੀ ਬਾਣੀ ਪੜ੍ਹੀ ਜਾਏਗਾ, ਕੋਈ ਪੱਕੀ ਪੜ੍ਹੀ ਜਾਏਗਾ, ਤੇ ਮਹਾਰਾਜ ਗੁਰਮਤਿ ਵਿਗੜ ਜਾਏਗੀ। ਹਾਂਜੀ। ਕੋ ਕਿਸ ਬਿਧ ਕੋ ਕਿਸੂ ਬਿਧ ਬਾਣੀ ਉਚਰੈ ਹੈ। ਕਿਉਂ? ਉਹਨਾਂ ਦੀ ਬਾਣੀ 'ਚ ਜਿਹੜੀ ਮੱਤ ਹੈ ਉਹ ਗੁਰੂ ਦੀ ਨਹੀਂ ਹੈਗੀ। ਸਿੱਖਾਂ ਸੋਚਣਾ ਗੁਰੂ ਦੀ ਮੱਤ ਹੈ। ਕੋਈ ਕਿਸੇ ਵਿਧੀ ਅਨੁਸਾਰ, ਕੋਈ ਵੀ ਕਿਸੇ ਵਿਧੀ ਅਨੁਸਾਰ ਆਪੋ ਆਪਣੀ ਬਾਣੀ ਬਣਾਈ ਜਾਏਗਾ ਜੀ। ਜਿਹੜੇ ਕਈ ਧਾਰਨਾ ਲਾਉਂਦੇ ਆ ਨਾ, ਮੇਰੀ ਬੇਨਤੀ ਹੈ, ਗੱਲ ਕਰਦੇ ਆ ਵੀ ਸੰਤ ਅਤਰ ਸਿੰਘ ਜੀ ਨੇ ਧਾਰਨਾ ਸ਼ੁਰੂ ਕੀਤੀ ਜੀ, ਪਰ ਸੰਤ ਅਤਰ ਸਿੰਘ ਜੀ ਦਾ ਜੀਵਨ ਪੜ੍ਹ ਕੇ ਵੇਖ ਲਓ, ਉਹ ਧਾਰਨਾ ਲਾਉਂਦੇ ਸਨ, ਬਾਣੀ ਦੀ ਲਾਉਂਦੇ ਸਨ ਜੀ। ਆਪਣੇ ਕੋਲੋਂ ਪੰਕਤੀ ਨਹੀਂ ਸੀ ਬਣਾਉਂਦੇ ਜੀ ਉਹ। ਮਹਾਰਾਜ ਇਸ ਤਰ੍ਹਾਂ ਤੇ ਕੰਮ ਤੁਰ ਪਏਗਾ ਸੱਚੇ ਪਾਤਸ਼ਾਹ।
ਹਾਂਜੀ। ਕਰਹੋ ਜਤਨ ਅਸ ਮਿਲੇ ਨਹਿ ਸੁੰਦਰ ਗੁਰਬਾਣੀ। ਹੇ ਸੱਚੇ ਪਾਤਸ਼ਾਹ, ਕੋਈ ਐਸਾ ਯਤਨ ਕਰੋ ਵੀ ਗੁਰਬਾਣੀ ਵਿੱਚ ਕਿਸੇ ਹੋਰ ਦੀ ਬਾਣੀ ਨਾ ਰਲੇ ਮਹਾਰਾਜ। ਹਾਂਜੀ। ਸੁਣ ਇੱਕ ਸਿੱਖ ਬੋਲਿਓ ਬਾਹਰ ਦੇਹੋ ਸੰਸੈ ਹਾਨੀ। ਇੱਕ ਸਿੱਖ ਹੋਰ ਬੋਲ ਪਿਆ ਜੀ ਲਾਗੋਂ। ਇੱਕ ਸਿੱਖ ਤੇ ਬੇਨਤੀ ਕਰ ਰਿਹਾ ਨਾ, ਲਾਗੇ ਇੱਕ ਸਿੱਖ ਹੋਰ ਕਹਿਣ ਲੱਗਾ, ਮਹਾਰਾਜ ਇਹ ਰੱਬ ਦਾ ਪਿਆਰਾ ਗੱਲ ਠੀਕ ਕਰਨ ਦਿਆ ਹੈ। ਸਾਡੇ ਮਨ ਵਿੱਚ ਵੀ ਬੜੇ ਸ਼ੰਕੇ ਨੇ ਵੀ ਇਹ ਸ਼ਬਦ ਗੁਰੂ ਦਾ ਹੈਗਾ ਕਿ ਨਹੀਂ ਹੈਗਾ ਜੀ। ਹਾਂਜੀ। ਬਾਣੀ ਕੱਚੀ ਗੁਰ ਬਿਨਾ ਗੁਰ ਅਮਰ ਬਖਾਨੀ। ਮਹਾਰਾਜ ਅਸੀਂ ਰੋਜ਼ ਪੜ੍ਹਦੇ ਹਾਂ, ਗੁਰੂ ਤੋਂ ਬਗੈਰ ਬਾਣੀ ਕੱਚੀ ਹੈਗੀ ਹੈ ਜੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਤੇ ਮਹਾਰਾਜ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਰੋਜ਼। ਹਾਂਜੀ। ਕਿਮ ਸਮਝਹਿ ਸਿੱਖ ਤਿਸੀ ਕੋ ਸੁਨ ਪਠੈ ਸੁਜਾਨੀ। ਤੇ ਮਹਾਰਾਜ ਤੁਸੀਂ ਕਿਰਪਾ ਕਰੋ, ਬਖਸ਼ਿਸ਼ ਕਰੋ, ਸਿੱਖ ਕਿਵੇਂ ਪਤਾ ਲਾ ਸਕਣ ਵੀ ਇਹ ਬਾਣੀ ਗੁਰੂ ਦੀ ਹੈਗੀ ਕਿ ਨਹੀਂ ਹੈਗੀ ਜੀ। ਸੰਸਾ ਭੁਲੇਖਾ ਗੱਜ ਕੇ ਆਖੋ ਵਾਹਿਗੁਰੂ। ਚੇਤਾ ਰੱਖਿਓ, ਬਾਣੀ ਪੜ੍ਹਦਿਆਂ ਲਗਾ ਮਾਤਰ ਦੀ ਵੀ ਜੇ ਛੇੜਖਾਨੀ ਹੋਵੇ ਨਾ ਜੀ, ਉਹਦਾ ਅਸਰ ਸਿੱਧਾ ਬੰਦੇ ਦੀ ਅਧਿਆਤਮਕਤਾ ਤੇ ਹੈਗਾ ਹੈ ਜੀ। ਤੇ ਬਾਣੀ ਗਲਤ ਪੜ੍ਹੀ ਜਾਣੀ ਤੇ ਸੋਚਣਾ ਗੁਰੂ ਦੀ ਹੈ, ਇਹ ਤੇ ਫਿਰ ਮਾੜੀ ਗੱਲ ਹੈਗੀ ਹੈ ਨਾ ਜੀ। ਹਾਂਜੀ। ਸਿੱਖ ਗੁਰਦਾਸ ਜੇ ਆਦ ਹੈ ਜਿਨ ਗਿਰਾ ਬਨਾਈ। ਸੱਚੇ ਪਾਤਸ਼ਾਹ ਫਿਰ ਭਾਈ ਗੁਰਦਾਸ ਜੀ ਵੀ ਬਾਣੀ ਉਚਾਰਦੇ ਆ, ਇਹ ਵੀ ਬਾਣੀ ਲਿਖਦੇ ਆ ਮਹਾਰਾਜ। ਹਾਂਜੀ। ਸਤਿਗੁਰ ਕੋ ਜਸ ਜਿਸ ਬਿਖੈ ਗੁਰਮਤੀ ਦਿਰੜਾਈ। ਭਾਈ ਗੁਰਦਾਸ ਜੀ ਦੀ ਬਾਣੀ ਅਸੀਂ ਸੁਣੀ ਹੈ। ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਗੁਰੂ ਸਾਹਿਬ ਜੀ ਦੀ ਮਹਿਮਾ ਤੇ ਗੁਰੂ ਦੀ ਮੱਤ ਦੱਸੀ ਹੋਈ ਮਹਾਰਾਜ। ਹਾਂਜੀ। ਪਰਮੇਸ਼ਰ ਸੰਬੰਧਨੀ ਅਰਜੇ ਅਵਤਾਰਾ। ਹੋਰ ਮਹਾਰਾਜ ਪਰਮੇਸ਼ਰ ਨਾਲ ਸੰਬੰਧਿਤ ਜਿਹੜੇ ਅਵਤਾਰੀ ਪੁਰਸ਼ ਹੋਏ ਨੇ। ਹਾਂਜੀ। ਕਰੀ ਇਨਹੋਂ ਕੀ ਜਿਨ ਕਥਾ ਸੰਗਰਾਮ ਅਖਾਰਾ। ਮਹਾਰਾਜ ਕੁਝ ਜੰਗ ਯੁੱਧਾਂ ਦਾ ਵੀ ਵਰਣਨ ਭਾਈ ਗੁਰਦਾਸ ਜੀ ਨੇ ਕੀਤਾ ਹੈ। ਭਾਈ ਗੁਰਦਾਸ ਜੀ ਦੀ ਬਾਣੀ ਵੀ ਅਸੀਂ ਪੜ੍ਹਦੇ ਹਾਂ। ਵੇਖੋ ਨਾ ਜੀ, ਭਾਈ ਗੁਰਦਾਸ ਜੀ ਦੀਆਂ ਕਈ ਪੰਕਤੀਆਂ ਸਿੱਖ ਕੌਮ ਦੇ ਬੱਚੇ ਬੱਚੇ ਦੀ ਜੀਭ ਤੇ ਹੈਗੀਆਂ ਜੀ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਭਾਈ ਗੁਰਦਾਸ ਜੀ ਦੀ ਬਾਣੀ ਹੈ ਨਾ ਇਹ। ਹਾਂਜੀ। ਪੜ੍ਹੈ ਸੁਨੈ ਸਿੱਖ ਕੈ ਨਹੀਂ ਦੀਜੈ ਉਪਦੇਸ਼ਾ। ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨੀ ਹੈ ਕਿ ਨਹੀਂ ਪੜ੍ਹਨੀ, ਇਸ ਗੱਲ ਦਾ ਵੀ ਨਿਰਣਾ ਕਰਕੇ ਦੱਸੋ ਮਹਾਰਾਜ। ਹਾਂਜੀ। ਬੋਲੇ ਕਿਰਪਾ ਨਿਧਾਨ ਗੁਰ ਪਿਖ ਕਟਤ ਕਲੇਸ਼ਾ। ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਲੇਸ਼ ਕੱਟਣ ਵਾਲੇ ਬਚਨ ਕਰਨ ਲੱਗੇ, ਭਾਵ ਦੁਬਦਾ ਨਾਸ ਜਿਹਦੇ ਨਾਲ ਹੋ ਜਾਵੇ ਉਹ ਬਚਨ ਕਰਨ ਲੱਗੇ ਮਹਾਰਾਜ। ਹਾਂਜੀ। ਗੁਰਬਾਣੀ ਸਰਬੋਤਮਾ ਨਿਤ ਪ੍ਰਤ ਅਭਿਆਸੈ। ਮਹਾਰਾਜ ਕਹਿੰਦੇ ਸਿੱਖੋ ਸਭ ਤੋਂ ਉੱਤਮ ਗੁਰੂ ਜੀ ਦੀ ਬਾਣੀ ਹੈ। ਸਭ ਤੋਂ ਉੱਤਮ ਗੁਰੂ ਜੀ ਦੀ ਬਾਣੀ ਹੈ, ਜੋ ਗੁਰੂ ਸਾਹਿਬ ਦੇ ਮੁਖ ਤੋਂ ਆਈ ਹੈ। ਹਰ ਸਿੱਖ ਨੇ ਹਰ ਰੋਜ਼ ਉਸ ਬਾਣੀ ਦਾ ਅਭਿਆਸ ਕਰਨਾ ਹੈ। ਹਾਂਜੀ। ਅਰਥ ਵਿਚਾਰੈ ਦ੍ਰਿੜੈ ਮਨ ਅਗਿਆਨ ਹੈ ਗ੍ਰਾਸਿਐ। ਉਸ ਬਾਣੀ ਦੇ ਅਰਥਾਂ ਦੀ ਵੀ ਵਿਚਾਰ ਕਰਨੀ ਹੈ। ਤੇ ਜਿਹੜਾ ਗੁਰੂ ਦੀ ਬਾਣੀ ਨੂੰ ਆਪਣੇ ਮਨ 'ਚ ਦ੍ਰਿੜ ਕਰ ਲਏਗਾ ਨਾ, ਪੱਕਾ ਕਰ ਲਏਗਾ, ਉਹ ਕਦੀ ਭੁਲੇਖਾ ਨਹੀਂ ਖਾ ਸਕਦਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਉਹ ਬੰਦਾ ਭੁਲੇਖਾ ਨਹੀਂ ਖਾ ਸਕਦਾ ਜੀ। ਉਹਨੂੰ ਕੋਈ ਮਾੜੇ ਕੰਮ ਵਾਲੇ ਬੰਨੇ ਤੋਰੇ ਨਾ, ਉਹਨੂੰ ਪਤਾ ਲੱਗ ਜਾਣਾ ਵੀ ਗੁਰੂ ਸਾਹਿਬ ਨੇ ਮਨਾ ਕੀਤਾ ਇਸ ਕੰਮ ਤੋਂ, ਮੈਂ ਇਹ ਕੰਮ ਨਹੀਂ ਕਰਨਾ ਜੀ। ਗੁਰੂ ਦੀ ਬਾਣੀ ਪੜ੍ਹਨ ਵਾਲੇ ਬੰਦੇ ਨੂੰ ਭੁਲੇਖਾ ਨਹੀਂ ਪੈ ਸਕਦਾ। ਹਾਂਜੀ। ਅੰਮ੍ਰਿਤ ਵੇਲਾ ਉੱਠ ਪੜ੍ਹੈ ਕਰ ਕੰਠ ਕਨੇਰੇ। ਸਿੱਖੋ ਪਹਿਲੀ ਗੱਲ ਗੁਰੂ ਦੀ ਬਾਣੀ ਨੂੰ ਕੰਠ ਕਰੋ ਤੇ ਅੰਮ੍ਰਿਤ ਵੇਲੇ ਉੱਠ ਕੇ ਉਹਦਾ ਜਾਪ ਕਰਿਆ ਕਰੋ। ਕਹਿਣ ਲੱਗੇ
ਜਪਜੀ ਸਾਹਿਬ ਹੈ, ਹੋਰ ਬਾਣੀ। ਗੁਰਸਿੱਖ ਬੜੀ ਬੜੀ ਬਾਣੀ ਪੜ੍ਹਦੇ ਰਹੇ ਸਾਧ ਸੰਗਤ ਦੀ। ਹਾਂਜੀ। ਮਹਾ ਮਹਾਤਮ ਪ੍ਰਾਪਤੀ ਮਨ ਪ੍ਰੇਮ ਵਡੇਰੇ। ਗੁਰੂ ਜੀ ਦੀ ਬਾਣੀ ਪੜ੍ਹਨ ਦਾ, ਰਸਨਾ ਨਾਲ ਅਭਿਆਸ ਕਰਨ ਦਾ ਗੁਰੂ ਅਰਜਨ ਸਾਹਿਬ ਕਹਿੰਦੇ ਬਹੁਤ ਵੱਡਾ ਮਹਾਤਮ ਹੈਗਾ ਜੀ। ਕਿੰਨਾ ਵੱਡਾ ਮਹਾਤਮ ਹੈ ਸੰਗਤ ਜੀ। ਜਿਹਨਾਂ ਸਿੱਖਾਂ ਨੇ ਗੁਰੂ ਜੀ ਦੀ ਬਾਣੀ ਦਾ ਅਭਿਆਸ ਕੀਤਾ ਨਾ, ਉਹ ਗੁਰੂ ਜੀ ਦਾ ਰੂਪ ਹੀ ਬਣ ਗਏ ਜੀ। ਸਵਾ ਸਵਾ ਲੱਖ ਜਪਜੀ ਸਾਹਿਬ ਦੇ ਪਾਠ ਗੁਰਸਿੱਖਾਂ ਨੇ ਲੱਕ ਬੰਨ੍ਹ ਕੇ ਕੀਤੇ ਜੀ। ਤੇ ਜਦੋਂ ਉਹ ਗੁਰਸਿੱਖ ਬੋਲਦੇ ਸਨ ਨਾ, ਕਠੋਰ ਪੱਥਰ ਹਿਰਦੇ ਵੀ ਮੋਮ ਹੋ ਜਾਂਦੇ ਸੀਗੇ ਉਹਨਾਂ ਅੱਗੇ ਜੀ। ਇੰਨਾ ਉਹਨਾਂ ਨੇ ਬਾਣੀ ਦਾ ਅਭਿਆਸ ਕੀਤਾ ਜੀ। ਮਹਾਰਾਜ ਕਹਿਣ ਲੱਗੇ ਗੁਰਬਾਣੀ ਦਾ ਅਭਿਆਸ ਕਰਨਾ ਬਹੁਤ ਫਾਇਦੇ ਵਾਲੀ ਗੱਲ ਹੈਗੀ, ਬਹੁਤ ਫਾਇਦੇ ਵਾਲੀ ਗੱਲ ਹੈਗੀ ਹੈ। ਹਾਂਜੀ। ਬਾਣੀ ਅਪਰ ਕਵੀਨ ਕੀ ਮਧਿਅਮ ਸੋ ਜਾਨੋ। ਸਭ ਤੋਂ ਉੱਤੇ ਸਤਿਗੁਰੂ ਜੀ ਦੀ ਬਾਣੀ ਹੈ। ਬਾਕੀ ਜਿਹੜੇ ਦੂਜੇ ਕਵੀਆਂ ਦੀ ਬਾਣੀ ਹੈ, ਮਹਾਰਾਜ ਕਹਿੰਦੇ ਉਹ ਦੂਜੇ ਨੰਬਰ ਤੇ ਹੈਗੀ ਹੈ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਵੀ ਕਵਿਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ ਜੀ। ਸਤਿਗੁਰਾਂ ਦੇ ਮੁਖ ਤੋਂ ਛੱਡ ਕੇ ਦੂਜੇ ਕਵੀਆਂ ਦੀ ਜਿਹੜੀ ਬਾਣੀ ਹੈ, ਉਹ ਦੂਜੇ ਨੰਬਰ ਤੇ ਮਹਾਰਾਜ ਕਹਿਣ ਲੱਗੇ। ਹਾਂਜੀ। ਅਵਤਾਰਨ ਪ੍ਰਭ ਕੋ ਕਥਨ ਗੁਣ ਆਦਿਕ ਗਿਆਨੋ। ਮਹਾਰਾਜ ਕਹਿਣ ਲੱਗੇ ਉਹਨਾਂ ਵਿੱਚ ਵੀ ਗਿਆਨ ਪ੍ਰਾਪਤ ਕਰਨ ਦਾ ਹੀਲਾ ਹੈਗਾ। ਕਹਿਣ ਲੱਗੇ ਬੜੇ ਬੜੇ ਅਵਤਾਰਾਂ ਦੀ ਜਾਣਕਾਰੀ ਉਹਨਾਂ ਕਵੀਆਂ ਨੂੰ ਪੜ੍ਹ ਕੇ ਹੁੰਦੀ ਹੈ, ਪਰ ਸਭ ਤੋਂ ਉੱਤੇ ਕੌਣ ਹੈ? ਗੁਰੂ ਦੀ ਬਾਣੀ ਹੈਗੀ ਹੈ। ਹਾਂਜੀ। ਗੁਰਬਾਣੀ ਸੋ ਮਤ ਮਿਲ ਹੈ ਕਹਿ ਜਸ ਗੁਰ ਕੇਰਾ। ਹਾਂਜੀ। ਪਠਹਿ ਸੁਨੈ ਸੋ ਭੀ ਸੁਖਦ ਸਿਮਰੈ ਸਭ ਬੇਰਾ। ਹਾਂ, ਜੇ ਕੋਈ ਕਵਿਤਾ, ਕਿਸੇ ਰੱਬ ਦੇ ਪਿਆਰੇ ਦੀ ਕੋਈ ਕਵਿਤਾ ਗੁਰਬਾਣੀ ਦੇ ਆਸ਼ੇ ਦੇ ਅਨੁਸਾਰ ਠੀਕ ਹੈ, ਉਹ ਤੁਸੀਂ ਪੜ੍ਹ ਸਕਦੇ ਹੋ। ਮਹਾਰਾਜ ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਉਹਦੇ ਨਾਲ ਸੁੱਖ ਮਿਲੇਗਾ, ਗਿਆਨ ਮਿਲੇਗਾ, ਪਰ ਜਾਪ ਗੁਰੂ ਦੀ ਬਾਣੀ ਦਾ ਹੀ ਕਰਨਾ। ਕਹਿਣ ਲੱਗੇ। ਹਾਂਜੀ। ਬਾਣੀ ਅਪਰ ਅਨੇਕ ਹੈ ਬਹੁ ਭਾਂਤ ਕਹਾਣੀ। ਇਸ ਜਗਤ ਵਿੱਚ ਬੜੀਆਂ ਹੀ ਬਾਣੀਆਂ ਨੇ। ਵੇਖੋ ਨਾ, ਗੁਰੂ ਜੀ ਦੀ ਬਾਣੀ ਦੀ ਨਕਲ ਕਰਕੇ ਇੱਕ ਬਾਣੀ ਲਿਖਤੀ, ਉਹਨੂੰ ਅਵਤਾਰ ਬਾਣੀ ਕਹਿਣ ਲੱਗ ਪਏ ਜੀ। ਹੈ ਸਾਰੀ ਬਾਣੀ ਦੀ ਮੋਹਰ ਆਪਣੀ ਲਾ ਦਿੰਦੇ ਜੀ ਉਹ। ਮਹਾਰਾਜ ਕਹਿੰਦੇ ਬਾਣੀਆਂ ਬਹੁਤ ਨੇ। ਵੇਖੋ ਨਾ ਜੀ, ਕਿੰਨੇ ਕਵੀ ਨੇ, ਕਿਤਾਬਾਂ ਦੀਆਂ ਕਿਤਾਬਾਂ ਭਰੀਆਂ ਪਈਆਂ ਨੇ। ਹਾਂਜੀ। ਸਤਿਗੁਰ ਮਤ ਤੇ ਬਾਹਰੀ ਗਣ ਅਵਗੁਣ ਸਾਣੀ। ਪਰ ਉਸ ਬਾਣੀ ਨਾਲ, ਕਵਿਤਾ ਨਾਲ ਮਹਾਰਾਜ ਕਹਿੰਦੇ ਤੁਹਾਡਾ ਕੋਈ ਸੰਬੰਧ ਨਹੀਂ ਹੈਗਾ, ਜਿਹੜੀ ਬਾਣੀ ਗੁਰੂ ਦੀ ਮਤ ਤੋਂ ਬਾਹਰ ਹੈਗੀ ਹੈ। ਕਹਿਣ ਲੱਗੇ ਹੁਣ ਧਿਆਨ ਰੱਖਣਾ, ਆਮ ਬੰਦੇ ਟਪਲਾ ਖਾ ਜਾਂਦੇ ਜੀ। ਉਹ ਗੁਰੂ ਜੀ ਦੀ ਬਾਣੀ ਨੂੰ ਛੱਡ ਕੇ ਹੋਰ ਹੀ ਬੋਲਣ ਲੱਗ ਪੈਂਦੇ ਜੀ। ਹਾਂਜੀ। ਸੁਨਹੁ ਨਾ ਪਠਹੁ ਨਾ ਪ੍ਰੇਮ ਕਰ ਅਵਗਤੀ ਪਹੁੰਚਾਵੇ। ਬਾਣੀ ਨੂੰ ਛੱਡ ਕੇ ਅਨਮਤੀ ਬਾਣੀ ਪੜੋਗੇ, ਮਹਾਰਾਜ ਕਹਿੰਦੇ ਅਵਗਤ ਹੋ ਕੇ ਫਿਰੋਗੇ। ਫਿਰ ਅਵਗਤ, ਮਰਨ ਤੋਂ ਬਾਅਦ ਰੂਹ ਤੜਪਦੀ ਫਿਰੇਗੀ, ਮੁਕਤੀ ਨਹੀਂ ਮਿਲੇਗੀ ਜੀ। ਇਸ ਕਰਕੇ ਨਾ ਉਹ ਸੁਣਨੀ ਨਾ ਉਹ ਪੜ੍ਹਨੀ। ਕਹਿਣ ਲੱਗੇ। ਹਾਂਜੀ। ਪਰਚਾ ਕਰਹੁ ਸੋ ਛੇਮ ਕੋ ਜੋ ਦੁਖ ਬਿਨ ਸਾਵੈ। ਗੱਜ ਕੇ ਆਖੋ ਵਾਹਿਗੁਰੂ। ਉਹ ਬਾਣੀ ਪੜ੍ਹਨੀ ਜਿਸ ਬਾਣੀ ਪੜ੍ਹਨ ਨਾਲ ਦੁੱਖ ਦੂਰ ਹੁੰਦੇ। ਕਹਿਣ ਲੱਗੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੱਚੀ ਬਾਣੀ ਗੁਰੂ ਦੀ ਬਾਣੀ ਜੀ। ਹਾਂਜੀ। ਜੋ ਬਾਣੀ ਗੁਰਦਾਸ ਕੀ ਗੁਰ ਮਹਿਮਾ ਭਾਰੀ। ਮਹਾਰਾਜ ਕਹਿੰਦੇ ਹੁਣ ਅਗਲੀ ਗੱਲ ਵੀ ਸੁਣ ਲਓ। ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ, ਇਹਦੇ ਵਿੱਚ ਗੁਰੂ ਜੀ ਦੀ ਮਹਿਮਾ ਹੈ। ਕਹਿਣ ਲੱਗੇ ਸਤਿਗੁਰੂ ਜੀ ਦੀ ਸਿਫਤ ਹੈਗੀ। ਕਹਿਣ ਲੱਗੇ ਹੁਣ ਵੇਖੋ ਨਾ ਜੀ, ਭਾਈ ਗੁਰਦਾਸ ਜੀ ਦੀ ਇੱਕ ਪੌੜੀ ਹੈ, ਉਹ ਕਹਿੰਦੇ ਆ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ।
ਸਿੱਖੋ, ਜਿਹੜੇ 5 ਰੋਗ ਲੱਗੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹਨੂੰ ਕੋਈ ਜਿਹਦਾ ਇਲਾਜ ਨਹੀਂ ਕਰ ਸਕਦਾ, ਉਹਦਾ ਇਲਾਜ ਸਾਡੇ ਸਤਿਗੁਰੂ ਜੀ ਕਰ ਸਕਦੇ ਨੇ ਜੀ। ਭਾਈ ਗੁਰਦਾਸ ਜੀ ਦੀ ਬੜੀ ਬਾਣੀ ਮਹਾਨ ਹੈ ਜੀ। ਸਤਿਗੁਰ ਪੂਰਾ ਸ਼ਾਹ ਹੈ, ਤ੍ਰਿਭਵਨ ਜਗ ਜਿਸ ਦਾ ਵਣਜਾਰਾ। ਭਾਈ ਗੁਰਦਾਸ ਜੀ ਲਿਖਦੇ, ਤਿੰਨਾਂ ਭਵਨਾਂ 'ਚ ਗੁਰੂ ਦਾ ਵਪਾਰ ਹੋ ਰਿਹਾ। ਲੋਕ ਇੱਕ ਲక్ష్ਮੀ ਦੇਵੀ ਦੀ ਪੂਜਾ ਕਰਦੇ ਆ। ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਜੀ ਦੇ ਚਰਨਾਂ 'ਚ ਲక్ష్ਮੀਆਂ ਲੱਖ ਗੋਲੀਆਂ, ਕਾਮ ਧੇਨ ਦੇ ਵੱਗ ਹਜ਼ਾਰਾਂ। ਬੜੀ ਬੜੀ ਗੁਰੂ ਸਾਹਿਬ ਜੀ ਦੀ ਸਿਫਤ ਹੈਗੀ ਜੀ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ। ਹਾਂਜੀ, ਸਿੱਖੀ ਪ੍ਰਾਪਤ ਪਠੇ ਤੇ ਇਮ ਲਿਹੋ ਵਿਚਾਰੀ। ਭਾਈ ਗੁਰਦਾਸ ਜੀ ਦੀ ਬਾਣੀ ਵੀ ਪੜ੍ਹਨੀ ਹੈ, ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਪ੍ਰਵਾਨ ਕੀਤੀ। ਕਿਉਂ? ਜਿਹੜਾ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੇਗਾ, ਉਹਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਵੇਗੀ, ਉਹ ਗੁਰੂ ਜੀ ਦਾ ਸਿੱਖ ਬਣੇਗਾ, ਕਹਿਣ ਲੱਗੇ। ਹਾਂਜੀ, ਇਮ ਕਹਿ ਲੱਗੇ ਵਿਚਾਰਨੇ ਜਗ ਕੀ ਕਲਿਆਣਾ। ਚਲੋ ਬਚਨ ਕਰਤੇ ਮਹਾਰਾਜ ਨੇ। ਫਿਰ ਮਹਾਰਾਜ ਸ਼ਾਂਤ ਹੋ ਕੇ ਨਾ ਆਉਣ ਵਾਲੇ ਸਮੇਂ ਦੀ ਵਿਚਾਰ ਕਰਨ ਲੱਗੇ ਵੀ ਜਗਤ ਦੇ ਜੀਵਾਂ ਦਾ ਭਲਾ ਕਿਵੇਂ ਹੋਵੇ। ਹੁਣ ਗੱਲ ਇੰਨੀ ਨਾ, ਗੱਲ ਮੁੱਕਦੀ ਨਹੀਂ ਨਾ ਜੀ। ਗੱਲ ਤੇ ਹੈ, ਸਿੱਖ ਨੇ ਕਿਹਾ ਵੀ ਮਹਾਰਾਜ ਬਾਣੀ ਦਾ ਰਲਾ ਪੈ ਗਿਆ, ਸਾਨੂੰ ਪਤਾ ਨਹੀਂ ਕਿਹੜੀ ਬਾਣੀ ਹੈ। ਮਹਾਰਾਜ ਕਹਿੰਦੇ ਗੁਰੂ ਦੀ ਬਾਣੀ ਪੜ੍ਹੋ, ਪਰ ਹੁਣ ਸਿੱਖਾਂ ਨੂੰ ਕਿਵੇਂ ਪਤਾ ਲੱਗੇ ਵੀ ਕਿਹੜੀ ਬਾਣੀ ਗੁਰੂ ਦੀ, ਕਿਹੜੀ ਨਹੀਂ ਹੈਗੀ। ਹਾਂਜੀ, ਭਿੱਖੀ ਭਵਿਖਤ ਬਾਰਤਾ ਹਮ ਹੋਏ 10 ਥਾਨਾ। ਮਹਾਰਾਜ ਗੁਰੂ ਅਰਜਨ ਸਾਹਿਬ ਬੈਠੇ ਆਸਣ ਤੇ ਵਿਚਾਰ ਕਰਨ ਲੱਗੇ ਵੀ 10 ਸਰੀਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋਤ ਪ੍ਰਵੇਸ਼ ਹੋਣੀ ਹੈ। 5 'ਚ ਹੋ ਗਈ ਹੈ। 10 ਗੁਰੂ ਕੁੱਲ ਹੋਣੇ ਹੈ 10ਵੇਂ ਪਾਤਸ਼ਾਹ ਤੱਕ। ਹਾਂਜੀ, ਪਾਛੇ ਸਿੱਖੀ ਕਿਮਰ ਹੈ ਕਿਹ ਟੇਕੈ ਮਾਥਾ। ਪਿੱਛੋਂ ਸਿੱਖ ਕੀ ਕਰਨਗੇ? ਪਿੱਛੋਂ ਕਿਹਨੂੰ ਮੱਥਾ ਟੇਕਣਗੇ? ਹੁਣ ਜੇ ਧਿਆਨ ਦਿਓ, ਆਪਾਂ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗੱਦੀ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਰ ਮੁੱਖ ਕੰਮ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਕੀਤਾ ਜੀ। 5 ਜਾਮੇ ਪਹਿਲਾਂ ਹੀ ਵਿਚਾਰ ਕਰ ਲਈ ਵੀ ਜਦੋਂ 10 ਰੂਪਾਂ ਨੇ ਬਿਨਸ ਜਾਣਾ, ਫਿਰ ਕਿਹਨੂੰ ਸਿੱਖ ਮੱਥਾ ਟੇਕਣਗੇ। ਹਾਂਜੀ, ਸ਼ਬਦ ਨਿਰਾਲਾ ਕਿਮਰ ਹੈ ਮਿਲ ਹੈ ਨਾ ਕਿਹ ਸਾਥਾ। ਗੁਰੂ ਦੀ ਬਾਣੀ ਵੱਖਰੀ ਕਿਵੇਂ ਰਹੇਗੀ ਦੂਜਿਆਂ ਤੋਂ? ਕਿਵੇਂ ਸਿੱਖਾਂ ਨੂੰ ਸਮਝ ਆਵੇਗੀ? ਹਾਂਜੀ, ਇਮ ਵਿਚਾਰ ਬੋਲੇ ਗੁਰੂ ਤਟ ਨਦੀ ਬਿਪਾਸਾ। ਗੱਜ ਕੇ ਆਖੋ ਵਾਹਿਗੁਰੂ। ਇਹ ਵਿਚਾਰ ਕਰਕੇ ਮਹਾਰਾਜ ਸੰਗਤ ਵਿੱਚ ਕਹਿਣ ਲੱਗੇ ਕਿ ਬਿਆਸਾ ਦੇ ਕੰਢੇ ਤੇ, ਹਾਂਜੀ, ਨਗਰੀ ਗੋਇੰਦਵਾਲ ਹੈ ਸ਼੍ਰੀ ਸਤਿਗੁਰ ਬਾਸਾ। ਗੋਇੰਦਵਾਲ ਨਗਰੀ ਦੇ ਵਿੱਚ ਜਿੱਥੇ ਸਾਡੇ ਨਾਨਾ ਗੁਰੂ ਜੀ ਰਹੇ, ਮਹਾਰਾਜ ਕਹਿਣ ਲੱਗੇ। ਹਾਂਜੀ, ਤਿਸ ਮਹਿ ਮੋਹਨ ਅਬ ਬਸੈ ਬੜ ਮਸਤ ਸੁਭਾਉ। ਉਸੇ ਹੀ ਨਗਰੀ ਵਿੱਚ ਸਾਡੇ ਮਾਮਾ ਜੀ ਬਾਬਾ ਮੋਹਨ ਜੀ ਰਹਿੰਦੇ ਆ, ਜਿਹੜੇ ਬਹੁਤ ਮਸਤ ਸੁਭਾਅ ਦੇ ਮਾਲਕ ਹਨ। ਹਾਂਜੀ, ਬਾਣੀ ਚਹੁ ਪਾਤਸ਼ਾਹ ਕੀ ਕੀਨਸ ਇਕ ਥਾਉ। ਗੁਰੂ ਸਾਹਿਬ ਨੇ 4 ਪਾਤਸ਼ਾਹੀਆਂ ਦੀ ਜਿਹੜੀ ਬਾਣੀ ਹੈ ਉਹ ਇਕੱਠੀ ਕਰਕੇ ਬਾਬਾ ਮੋਹਨ ਜੀ ਕੋਲ ਸੀਗੀ ਜੀ। 3 ਪਾਤਸ਼ਾਹੀਆਂ ਤੇ ਆਪ ਦੇ ਗਈਆਂ ਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਮਰਦਾਸ ਜੀ ਤੱਕ ਤੇ ਜਿਹੜੀ ਬਾਣੀ ਹੈ ਉਹ ਬਾਬਾ ਮੋਹਨ ਜੀ ਕੋਲ ਹੈਗੀ ਹੈ ਜੀ। 4ਥੇ ਪਾਤਸ਼ਾਹ ਦੀ ਗੁਰੂ ਅਰਜਨ ਸਾਹਿਬ ਜੀ ਕੋਲ ਹੈ। ਹਾਂਜੀ, ਵੱਡੋ ਪੁੱਤਰ ਗੁਰ ਅਮਰ ਕੋ ਕਿਸ ਕਾਨ ਨਾ ਠਾਨੇ। ਪਰ ਵੱਡੀ ਗੱਲ, ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਬਾਬਾ ਮੋਹਨ ਜੀ ਕਿਸੇ ਦੀ ਗੱਲ ਨਹੀਂ ਸੁਣਦੇ ਜੀ। ਆਪਣੇ ਆਨੰਦ ਵਿੱਚ ਦਿਨ ਰਾਤ ਮਗਨ ਰਹਿੰਦੇ ਨੇ। ਹਾਂਜੀ, ਸਕਲ ਸ਼ਬਦ ਤਿਸ ਪਾਸ ਤੇ ਕੋ ਕਿਸ ਵਿਦ ਆਨੈ। ਗੱਜ ਕੇ ਆਖੋ ਗੁਰੂ ਜੀ ਦੀ ਬਾਣੀ ਦੇ ਸਾਰੇ ਸ਼ਬਦ ਕਿਵੇਂ ਸਾਡੇ ਕੋਲ ਆਉਣਗੇ ਇੱਥੇ। ਹਾਂਜੀ, ਕੋ ਉਪਾਏ ਕਰ ਪਾਏ ਹਮ ਸਗਰੀ ਗੁਰਬਾਣੀ। ਭਾਈ ਸਿੱਖੋ ਕੀ ਯਤਨ ਕਰੀਏ
ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਅੰਗਦ ਦੇਵ ਸਾਹਿਬ ਤੇ ਧੰਨ ਗੁਰੂ ਅਮਰਦਾਸ ਜੀ ਦੀ ਮਹਾਨ ਪਵਿੱਤਰ ਬਾਣੀ ਸਾਨੂੰ ਪ੍ਰਾਪਤ ਹੋ ਸਕੇ। ਹਾਂਜੀ, ਬੀੜ ਕਰਹਿ ਪੁਨ ਏਕ ਥਲ ਹਿਤ ਜਗ ਕਲਿਆਣੀ। ਤੇ ਮਹਾਰਾਜ ਨੇ ਸੰਗਤ ਵਿੱਚ ਬੈਠ ਕੇ ਬਚਨ ਕੀਤਾ, ਜੇ ਉਹ ਸਾਨੂੰ ਬਾਣੀ ਮਿਲ ਜਾਵੇ ਤੇ ਚੌਥੇ ਪਾਤਸ਼ਾਹ ਦੀ ਬਾਣੀ ਅਸੀਂ ਰਲਾਵਾਂਗੇ ਤੇ ਸਾਰੇ ਗੁਰੂਆਂ ਦੀ ਬਾਣੀ ਇੱਕੋ ਥਾਂ ਤੇ ਹੀ ਲਿਖ ਦਿਆਂਗੇ। ਕਹਿਣ ਲੱਗੇ ਇੱਕ ਬੀੜ ਬਣਾ ਦਿਆਂਗੇ। ਟੇਕੋ ਮੱਥਾ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ, ਸਭਾ ਬੀਚ ਬੈਠਿਓ ਹੋ ਤੋ ਭਾਈ ਗੁਰਦਾਸੂ। ਹੁਣ ਜਦੋਂ ਮਹਾਰਾਜ ਨੇ ਇਹ ਬਚਨ ਕੀਤਾ, ਸੰਗਤਾਂ ਦੇ ਵਿੱਚ ਭਾਈ ਗੁਰਦਾਸ ਜੀ ਬੈਠੇ ਹੋਏ ਸਨ ਜੀ। ਹਾਂਜੀ, ਸੁਨਤ ਕਹਿਓ ਕਰ ਜੋਰ ਕਰ ਹਉ ਪਹੁੰਚੋ ਪਾਸੂ। ਉਹ ਸੁਣ ਕੇ ਨਾ ਜੀ ਹੱਥ ਜੋੜ ਕੇ ਖਲੋ ਗਏ ਜੀ। ਹੁਣ ਭਾਈ ਗੁਰਦਾਸ ਜੀ ਤੇ ਬਾਬਾ ਮੋਹਣ ਜੀ ਭਰਾ ਭਰਾ ਹੀ ਲੱਗਦੇ ਨੇ ਜੀ। ਹਾਂਜੀ, ਭਾਈ ਗੁਰਦਾਸ ਜੀ ਤੇ ਬਾਬਾ ਮੋਹਣ ਜੀ ਭਰਾ ਭਰਾ ਲੱਗਦੇ ਜੀ, ਚਾਚੇ ਤਾਏ ਦੇ ਪੁੱਤ ਨੇ ਇੱਕ ਦੂਜੇ ਦੇ ਜੀ। ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਮੈਂ ਜਾਨਾ ਸੱਚੇ ਪਾਤਸ਼ਾਹ। ਹਾਂਜੀ, ਪੋਥੀ ਸਗਰੀ ਆਨਹੁ ਆਇਸ ਨਿਦ ਜੀਜੈ। ਮੈਨੂੰ ਆਗਿਆ ਦਿਓ ਤੇ ਮੈਂ ਬਾਬਾ ਮੋਹਣ ਜੀ ਦੇ ਕੋਲੋਂ ਸਾਰੀਆਂ ਪੋਥੀਆਂ ਲੈ ਆਉਣਾ ਮਹਾਰਾਜ। ਹਾਂਜੀ, ਮੋਹਨ ਮਿਲ ਆਓ ਮੋਹਰੀ ਮੋਕੋ ਸਮਝੀਜੈ। ਤੇ ਨਾਲੇ ਮੈਂ ਬਾਬਾ ਮੋਹਨ ਤੇ ਮੋਹਰੀ ਨੂੰ ਮਿਲ ਕੇ ਪੋਥੀਆਂ ਲੈ ਆਵਾਂਗਾ, ਨਾਲੇ ਉਹਨਾਂ ਨੂੰ ਮਿਲ ਗੇੜਾਵਾਂਗਾ ਮਹਾਰਾਜ। ਹਾਂਜੀ, ਸ਼੍ਰੀ ਅਰਜਨ ਸੁਨ ਬਾਕ ਕੋ ਉਰ ਗਰਬਤ ਜਾਨਾ। ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਬਹੁਤ ਬਰੀਕ ਮੱਤ ਹੈ ਸਾਧ ਸੰਗਤ ਜੀ। ਇਹ ਰਸਤਾ ਵੀ ਬਹੁਤ ਬਰੀਕ ਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਵਿਚਾਰ ਕੀਤੇ ਵੀ ਅਸੀਂ ਪਹਿਲਾਂ ਹੀ ਕਿਹਾ ਹੈ ਕਿ ਬਾਬਾ ਮੋਹਣ ਕਿਸੇ ਦੀ ਗੱਲ ਨਹੀਂ ਸੁਣਦੇ। ਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਮੈਂ ਭਰਾ ਹੀ ਆ ਤੇ ਮੈਂ ਲੈ ਆਉਣਾ ਬਾਣੀ। ਭਾਈ ਗੁਰਦਾਸ ਜੀ ਥੋੜੇ ਮਾਣ ਚ ਨੇ, ਕਹਿਣ ਲੱਗੇ ਇਸ ਗੱਲ 'ਚ ਥੋੜਾ ਮਾਣ ਹੈਗਾ ਜੀ। ਵੇਖੋ ਬੰਦਾ ਗੱਲ ਕਰਕੇ ਜਾਏਗਾ ਕਿੱਥੇ ਜੀ, ਇੱਥੇ ਤੇ ਤਤਕਾਲ ਹੀ ਗੱਲ ਫੜੀ ਜਾਂਦੀ ਜੀ। ਇਸ ਕਰਕੇ ਬੰਦਾ ਆਪਣੀਆਂ ਭੁੱਲਾਂ ਦੀ ਮਾਫੀ ਮਹਾਰਾਜ ਕੋਲੋਂ ਮੰਗਦਾ ਹੀ ਰਵੇ ਜੀ। ਹਾਂਜੀ, ਬਿਨਾ ਨਾਮ ਇਸ ਕੇ ਲੀਏ ਮੈਂ ਲਿਆਉਂ ਬਖਾਨਾ। ਮਹਾਰਾਜ ਕਹਿਣ ਲੱਗੇ ਅਸੀਂ ਭਾਈ ਗੁਰਦਾਸ ਜੀ ਨੂੰ ਆਖਿਆ ਵੀ ਨਹੀਂ, ਇਹ ਆਪੇ ਹੀ ਕਹਿੰਦੇ ਵੀ ਮੈਂ ਲੈ ਆਉਣਾ, ਅਸੀਂ ਤੇ ਕਿਹਾ ਵੀ ਨਹੀਂ ਇਹਨਾਂ ਨੂੰ। ਜਾਹੋ ਕਹਿਓ ਤਿਸ ਕਾਲ ਮਹਿ ਗੁਰ ਹਿਰਦੈ ਵਿਚਾਰੀ। ਹਾਂਜੀ, ਬਾਣੀ ਹਾਥ ਨ ਆਏ ਹੈ ਹੋਏ ਨਿਰਹੰਕਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਦਾਸ ਜੀ ਫਿਰ ਜਾਓ ਵੇਖ ਆਓ। ਖੱਚ ਕੇ ਆਖੋ ਵਾਹਿਗੁਰੂ। ਪਰ ਮਹਾਰਾਜ ਨੂੰ ਪਤਾ ਵੀ ਭਾਈ ਗੁਰਦਾਸ ਜੀ ਦੇ ਹੱਥ ਬਾਣੀ ਨਹੀਂ ਆਉਣੀ ਜੀ। ਭਾਈ ਗੁਰਦਾਸ ਜੀ ਨੂੰ ਪੋਥੀਆਂ ਨਹੀਂ ਮਿਲਦੀਆਂ। ਹਾਂਜੀ, ਤਬ ਭਾਈ ਹੋਏ ਤਿਆਰ ਕੋ ਮਾਰਗ ਸੋ ਲੀਨਾ। ਭਾਈ ਗੁਰਦਾਸ ਜੀ ਤਤਕਾਲ ਹੀ ਤਿਆਰ ਹੋਏ ਵੀ ਮੇਰਾ ਭਰਾ ਹੈ ਬਾਬਾ ਮੋਹਨ, ਕੋਈ ਗੱਲ ਹੀ ਨਹੀਂ। ਤਿਆਰ ਹੋਏ, ਰਸਤੇ ਨੂੰ ਤੁਰ ਪਏ ਜੀ ਗੋਇੰਦਵਾਲ ਸਾਹਿਬ ਨੂੰ। ਹਾਂਜੀ, ਦੋਏ ਦਇਓਸ ਗਮਨਿਓ ਗਇਓ ਦੱਖਣ ਮੁਖ ਕੀਨਾ। ਦੱਖਣ ਵਾਲੇ ਪਾਸੇ ਨੂੰ ਸਾਧ ਸੰਗਤ ਜੀ ਗਏ ਆ ਗੋਇੰਦਵਾਲ ਸਾਹਿਬ ਨੂੰ। 2 ਦਿਨ ਰਾਹ 'ਚ ਲੱਗੇ ਜੀ। ਹਾਂਜੀ, ਪਹੁੰਚਿਓ ਗੋਇੰਦਵਾਲ ਤਬ ਤਹ ਪਿਖੀ ਸੋ ਬਾਪੀ। ਉੱਥੇ ਗਏ ਆ, ਦੱਖਣ ਵੱਲ ਨੂੰ ਮੁਖ ਕੀਤਾ, ਪਹਿਲਾਂ ਬੌਲੀ ਸਾਹਿਬ ਦੇ ਦਰਸ਼ਨ ਕੀਤੇ ਜਾ ਕੇ ਜੀ। ਹਾਂਜੀ, ਮੱਜਨ ਕਰਕੇ ਸਿਮਰ ਗੁਰ ਪਿਖ ਨਿਰਮਲ ਆਪੀ। ਬੌਲੀ ਸਾਹਿਬ ਵਿੱਚ ਜਾ ਕੇ ਇਸ਼ਨਾਨ ਕੀਤਾ ਭਾਈ ਗੁਰਦਾਸ ਜੀ ਨੇ ਜੀ। ਹਾਂਜੀ, ਪੁਨਹ ਚੁਬਾਰੇ ਚੱਲ ਗਇਓ ਜਹ ਭਿਰੇ ਕੀ ਵਾਰਾ। ਫਿਰ ਚੌਬਾਰਾ ਸਾਹਿਬ ਗਏ ਜੀ, ਜਿੱਥੇ ਬਾਬਾ ਮੋਹਨ ਜੀ ਦੀ ਰਿਹਾਇਸ਼ ਸੀ ਨਾ, ਉੱਥੇ ਗਏ ਤੇ ਦਰਵਾਜ਼ਾ ਬੰਦ ਹੈ ਜੀ। ਹਾਂਜੀ, ਲਗ ਸਮਾਧ ਆਸਨ ਕਰੇ ਨਹਿ ਦੇਹ ਸੰਭਾਰਾ। ਬਾਬਾ ਮੋਹਨ ਜੀ ਦੀ ਸਮਾਧੀ ਲੱਗੀ ਹੈ, ਆਸਣ ਲੱਗਾ ਹੈ, ਸਰੀਰ ਦੀ ਸੋਝੀ ਨਹੀਂ ਹੈਗੀ ਜੀ ਕੋਈ। ਹਾਂਜੀ, ਜਾਮ ਦਿਵਸ ਕੇ ਰਹੇ ਤੇ ਪਹੁੰਚਿਓ ਤਹ ਭਾਈ। ਤੇ ਪਹਿਰ ਦਿਨ ਰਹਿ ਗਿਆ ਸੀਗਾ ਸਾਰਾ, ਬਾਕੀ ਦਿਨ ਸਾਰਾ ਲੰਘ ਗਿਆ ਸੀਗਾ। ਹਾਂਜੀ, ਬਹੁ ਪ੍ਰਕਾਰ ਕੀ ਬੇਨਤੀ ਕਰ ਊਚ ਸੁਨਾਈ। ਤੇ ਦਰਵਾਜ਼ਾ ਖੜਕਾਉਣ ਤੇ ਉੱਚੀ ਉੱਚੀ ਬੋਲਣ ਜੀ, ਬਾਬਾ ਮੋਹਨ ਜੀ ਬੂਆ ਖੋਲੋ, ਦਰਵਾਜ਼ਾ ਖੋਲੋ।
ਮੈਂ ਤੁਹਾਡਾ ਭਰਾ ਗੁਰਦਾਸ ਬੋਲਦਾ, ਕਹਿਣ ਲੱਗੇ। ਉੱਚੀ ਉੱਚੀ ਦਰਵਾਜ਼ੇ ਦੇ ਅੱਗੇ ਖਲੋ ਖਲੋ ਬੋਲਣ। ਹਾਂਜੀ। ਸੁਧਾ ਸਰੋਵਰ ਨਗਰ ਤੇ ਮੈਂ ਚੱਲ ਕਰ ਆਇਓ। ਅੰਮ੍ਰਿਤਸਰੋਂ ਆਇਆ, ਸੁਧਾ ਸਰੋਂ ਆਇਆ ਮੈਂ। ਹਾਂਜੀ। ਸ਼੍ਰੀ ਅਰਜਨ ਕਿਸ ਕਾਜ ਕੋ ਤੁਮ ਨਿਕਟ ਪਠਾਇਓ। ਤੇ ਗੁਰੂ ਅਰਜਨ ਸਾਹਿਬ ਨੇ ਮੈਨੂੰ ਕਿਸੇ ਕੰਮ ਤੁਹਾਡੇ ਕੋਲ ਭੇਜਿਆ ਹੈ। ਹਾਂਜੀ। ਦਰਸ਼ਨ ਮੋਕੋ ਦੀਜੀਐ ਉਗਰਾਏ ਕੀ ਵਾਰੋ। ਬਾਬਾ ਜੀ ਦਰਵਾਜ਼ਾ ਖੋਲੋ, ਮੈਨੂੰ ਦਰਸ਼ਨ ਦਿਓ। ਇਸ ਤਰ੍ਹਾਂ ਬਾਹਰ ਖਲੋ ਕੇ ਬੇਨਤੀਆਂ ਕਰ ਰਹੇ ਆ। ਗਲੀ 'ਚ ਖਲੋਤੇ ਬਾਬਾ ਜੀ, ਭਾਈ ਗੁਰਦਾਸ ਜੀ। ਹਾਂਜੀ। ਭੂਖਨ ਕੁਲ ਸ਼੍ਰੀ ਅਮਰ ਕੇ ਗੁਣ ਗਿਆਨ ਉਦਾਰੋ। ਹੇ ਗੁਰੂ ਅਮਰਦਾਸ ਜੀ ਦੇ ਕੁਲ ਦੇ ਰਤਨ, ਗਿਆਨ ਦੇ ਭੰਡਾਰ, ਬਾਬਾ ਮੋਹਨ ਜੀ ਖੋਲੋ ਦਰਵਾਜ਼ਾ, ਕਹਿਣ ਲੱਗੇ। ਹਾਂਜੀ। ਗੁਰ ਨੰਦਨ ਬੰਦਨ ਉਚਿਤ ਕੰਦਨ ਦੁਖ ਦੋਸ਼ਾ। ਦਰਸ਼ਨ ਤੇ ਅਗ ਘਟਤ ਹੈ ਸਭ ਦਾਸ ਭਰੋਸਾ। ਬਾਬਾ ਜੀ ਤੁਸੀਂ ਗੁਰੂ ਸਾਹਿਬ ਦੇ ਪੁੱਤਰ ਹੋ, ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਦਰਵਾਜ਼ਾ ਤੇ ਖੋਲੋ। ਪਰ ਅੰਦਰੋਂ ਤੇ ਆਵਾਜ਼ ਹੀ ਨਾ ਆਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਅੰਦਰੋਂ ਆਵਾਜ਼ ਹੀ ਨਾ ਆਵੇ ਜੀ। ਤੇ ਜਦੋਂ ਅੰਦਰੋਂ ਆਵਾਜ਼ ਹੀ ਨਹੀਂ ਆ ਰਹੀ ਸਾਧ ਸੰਗਤ ਜੀ। ਹਾਂਜੀ। ਦਰਸ਼ਨ ਦੇਹੋ ਅਰਜਨ ਸੁਨੋ ਸ਼੍ਰੀ ਅਰਜਨ ਕਾਮੂ। ਤੇ ਬਾਬਾ ਜੀ ਫਿਰ ਦਰਵਾਜ਼ਾ ਖੜਕਾ ਕੇ ਕਹਿੰਦੇ ਮੇਰੀ ਬੇਨਤੀ ਤੇ ਸੁਣੋ, ਮੈਂ ਗੁਰੂ ਸਾਹਿਬ ਦਾ ਭੇਜਿਆ ਹੋਇਆ ਆਇਆ। ਹਾਂਜੀ। ਅਰਜਨ ਜਸ ਵਿਸਤਿਤ੍ਰ ਜੋ ਗੁਣ ਗਨ ਕੋ ਧਾਮੂ। ਮਹਾਰਾਜ ਗਰੀਬ ਨਵਾਜ ਜੀ ਦਾ ਜਸ ਸਾਰੇ ਕਿਤੇ ਫੈਲਿਆ। ਉਹਨਾਂ ਦਾ ਨਾਮ ਸੁਣ ਕੇ ਤੇ ਵੱਡੇ ਵੱਡੇ ਸਿਰ ਝੁਕਾਉਂਦੇ ਆ। ਦਰਵਾਜ਼ਾ ਤੇ ਖੋਲੋ। ਹਾਂਜੀ। ਇਸ ਪ੍ਰਕਾਰ ਸਭ ਜਾਮਨੀ ਬਿਨਤੀ ਬਹੁ ਠਾਨੀ। ਲਓ ਜੀ, ਇੱਕ ਪੈਰ ਰਹਿ ਗਿਆ ਸੀ ਦਿਨ ਦਾ ਜੀ, ਤੇ ਭਾਵ ਕਿ ਦੁਪਹਿਰ 3 ਵਜੇ ਦਾ ਸਮਾਂ। ਉਦੋਂ ਦੇ ਖਲੋਤੇ ਸਾਰੀ ਰਾਤ ਹੀ ਦਰਵਾਜ਼ਾ ਖੜਕਾਉਂਦੇ ਰਹੇ ਤੇ ਬਾਬਾ ਮੋਹਨ ਜੀ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਜੀ। ਭਾਈ ਗੁਰਦਾਸ ਜੀ। ਨੰਦਨ ਸ਼੍ਰੀ ਗੁਰ ਅਮਰ ਕੋ ਨਹਿ ਬੋਲਿਓ ਬਾਣੀ। ਅੱਗੋਂ ਉੱਤਰ ਹੀ ਕੋਈ ਨਹੀਂ ਦਿੱਤਾ ਜੀ, ਕੋਈ ਅੱਗੋਂ ਉੱਤਰ ਨਹੀਂ ਦਿੱਤਾ। ਇਹਦਾ ਕੀ ਕਾਰਨ ਹੈ? ਕਥਾ ਸੁਣੀ ਚੱਲੋ, ਅੱਗੇ ਜਾ ਕੇ ਪਤਾ ਲੱਗ ਜਾਏਗਾ। ਭਾਈ ਭੋਰ ਲਖ ਔਰ ਨੇ ਭਾਈ ਸਮਝਾਇਓ। ਸਵੇਰ ਹੋ ਗਈ ਜੀ। ਗੋਇੰਦਵਾਲ ਸਾਹਿਬ ਦੇ ਲੋਕਾਂ ਵੇਖਿਆ ਵੀ ਭਾਈ ਗੁਰਦਾਸ ਜੀ ਕੱਲ ਦੇ ਖਲੋਤੇ ਹੈ, ਉਹਨਾਂ ਸਮਝਾਇਆ ਜੀ ਇਹਨਾਂ ਨੂੰ। ਹਾਂਜੀ। ਇਹ ਮਨ ਮਸਤ ਸਦੀਵ ਹੈ ਨਹਿ ਬੁਲਤ ਬੁਲਾਇਓ। ਵੀ ਬਾਬਾ ਜੀ ਮਸਤ ਸੁਭਾਅ ਦੇ ਨੇ, ਇਹਨਾਂ ਨੇ ਨਹੀਂ ਦਰਵਾਜ਼ਾ ਖੋਲਣਾ, ਇਹ ਕਿਸੇ ਦੇ ਬੁਲਾਇਆ ਨਹੀਂ ਬੋਲਦੇ। ਹਾਂਜੀ। ਮਰਜ਼ੀ ਆਪਣੀ ਕਰਤ ਹੈ ਨਹਿ ਗਰਜ਼ੀ ਕਾਹੂ। ਅਰਜ਼ੀ ਸੁਨ ਨ ਕਹਿ ਤੇ ਹਰ ਜੀ ਮਨ ਮਾਹੂ। ਤੇ ਇਹ ਰੱਬ ਦੇ ਬੁਲਾਇਆ ਹੀ ਬੋਲਦੇ ਆ। ਇਹਨਾਂ ਨੇ ਇਸ ਤਰ੍ਹਾਂ ਨਹੀਂ ਬੋਲਣਾ, ਇਹ ਆਪਣੀ ਮਰਜ਼ੀ ਦੇ ਨੇ। ਹਾਂਜੀ। ਦਰ ਖੁਲਵਾਨੇ ਹੇਤ ਕੋ ਬਹੁ ਕਰੇ ਉਪਾਊ। ਪਰ ਭਾਈ ਗੁਰਦਾਸ ਜੀ ਨੇ ਹੋਰ ਵੀ ਬੜੇ ਯਤਨ ਕੀਤੇ ਵੀ ਬਾਬਾ ਮੋਹਨ ਜੀ ਦਰਵਾਜ਼ਾ ਖੋਲ ਦੇਣ, ਖੋਲ ਦੇਣ। ਪਚ ਹਾਰਿਓ ਗੁਰਦਾਸ ਤਬ ਬਸ ਚੱਲਿਓ ਨਾ ਕਾਊ। ਪਰ ਭਾਈ ਗੁਰਦਾਸ ਜੀ ਹਾਰ ਗਏ, ਗੱਲ ਨਹੀਂ ਬਣੀ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਔਰ ਉਦਾਸ ਬਹੁ ਹੋਏ ਕੈ ਬਰੀੜਾ ਉਪਜਾਈ। ਫਿਰ ਮਨ ਉਦਾਸ ਹੋ ਗਿਆ ਜੀ। ਹਾਂਜੀ। ਕਸ਼ਨਾ ਕਾਜ ਭਾ ਮੈਂ ਆਇਓ ਅਬ ਕਿਆ ਮੁਖ ਜਾਈ। ਹੁਣ ਮਨ ਚ ਸੋਚਦੇ ਵੀ ਮੈਂ ਤੇ ਕੋਈ ਕੰਮ ਨਹੀਂ ਕਰ ਸਕਿਆ, ਉੱਥੇ ਤਾਂ ਮੈਂ ਕਿਹਾ ਸੀ ਮੇਰੇ ਭਰਾ ਹੈ ਮੈਂ ਲੈ ਆਵਾਂਗਾ, ਤੇ ਹੁਣ ਮੈਂ ਕੀ ਮੁਖ ਵਿਖਾਵਾਂਗਾ ਜਾ ਕੇ ਮਹਾਰਾਜ ਨੂੰ। ਹਾਂਜੀ। ਸੁਧਾ ਸਰੋਵਰ ਮਗ ਪਰਿਓ ਪਹੁੰਚਿਓ ਪੁਨ ਆਈ। ਪਰ ਫਿਰ ਅੰਮ੍ਰਿਤਸਰ ਦੇ ਰਾਹ ਪੈ ਗਏ ਜੀ ਤੇ ਵਾਪਸ ਆ ਗਏ ਜੀ। ਹਾਂਜੀ। ਸ਼੍ਰੀ ਅਰਜਨ ਰਾਜਹ ਜਹਾਂ ਨਿਜ ਗਰੀਬ ਨਿਵਾਈ। ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਕੋ ਆਏ ਹੈ। ਭਾਈ ਗੁਰਦਾਸ ਜੀ ਨੇ ਨੀਵਾਂ ਚਿਹਰਾ ਕੀਤਾ ਹੋਇਆ ਆਪਣਾ ਜੀ। ਕਹੀ ਕਰ ਜੋਰ ਬਾਰਤਾ ਮੈਂ ਕਰੇ ਉਪਾਊ। ਹੱਥ ਜੋੜ ਕੇ ਮਹਾਰਾਜ ਨੂੰ ਕਹਿੰਦੇ, ਮਹਾਰਾਜ ਕਹਿੰਦੇ ਭਾਈ ਜੀ ਲੈ ਆਏ ਪੋਥੀਆਂ। ਤੇ ਭਾਈ ਗੁਰਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਯਤਨ ਤੇ ਮੈਂ ਬੜੇ ਕੀਤੇ ਸੀਗੇ। ਹਾਂਜੀ। ਦਰ ਕੀ ਵਾਰ ਖੋਲੇ ਨਹੀਂ ਬਸ ਚੱਲਿਓ ਨਾ ਕਾਊ। ਪਰ ਮਹਾਰਾਜ ਉਹਨਾਂ ਤੇ ਦਰਵਾਜ਼ਾ ਹੀ ਨਹੀਂ ਖੋਲਿਆ। ਦਰ ਕੀ ਵਾਰ ਖੋਲੇ ਨਹੀਂ ਬਸ ਚੱਲਿਓ ਨਾ ਕਾਊ। ਮੇਰਾ ਕੋਈ ਵਸ ਹੀ ਨਹੀਂ ਚੱਲਿਆ ਮਹਾਰਾਜ ਉੱਥੇ।
ਹਾਂਜੀ। ਰਹਿਓ ਪੁਕਾਰਤ ਸਭ ਨਿਸਾ ਕੁਛ ਬਾਕ ਨਾ ਬੋਲਾ। ਸੱਚੇ ਪਾਤਸ਼ਾਹ ਸਾਰੀ ਰਾਤ ਖਲੋਤਾ ਬੇਨਤੀਆਂ ਕਰਦਾ ਰਿਹਾ। ਬਾਬਾ ਜੀ ਹੋਣਾ ਨੇ ਅੱਗੋਂ ਦਰਵਾਜ਼ਾ ਕੀ ਖੋਲਣਾ, ਕੋਈ ਬਚਨ ਹੀ ਨਹੀਂ ਬੋਲਿਆ ਅੱਗੋਂ। ਹਾਂਜੀ। ਲਿਓ ਆਪ ਕੋ ਨਾਮ ਭੀ ਦਰ ਤਉ ਨਾ ਖੋਲਾ। ਮਹਾਰਾਜ ਮੈਂ ਤੁਹਾਡਾ ਵੀ ਨਾਮ ਲਿਆ, ਪਰ ਬਾਬਾ ਜੀ ਹੋਣਾ ਨੇ ਦਰਵਾਜ਼ਾ ਤਾਂ ਵੀ ਨਹੀਂ ਖੋਲਿਆ। ਉਹ ਕਿਉਂ ਨਹੀਂ ਖੋਲਿਆ, ਉਹਦਾ ਕਾਰਨ ਅੱਗੇ ਪਤਾ ਲੱਗ ਜਾਏਗਾ। ਹਾਂਜੀ। ਅਮਰ ਅੰਸ ਜੇ ਅਪਰ ਥੇ ਤਿਨ ਮੁਝ ਸਮਝਾਇਓ। ਹੋਰ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਦੇ ਜਿਹੜੇ ਲੋਕ ਸਨ, ਉਹਨਾਂ ਨੇ ਫਿਰ ਮੈਨੂੰ ਸਮਝਾਇਆ। ਮਸਤ ਰਹੈਂ ਇਹ ਤੋ ਸਦਾ ਕਹਿ ਮੋਹਿ ਹਟਾਇਓ। ਉਹਨਾਂ ਕਿਹਾ ਵੀ ਇਹ ਮਸਤ ਨੇ, ਇਹਨਾਂ ਨੇ ਨਹੀਂ ਖੋਲਣਾ, ਤੇ ਮੈਨੂੰ ਕਿਹਾ ਵੀ ਤੁਸੀਂ ਜਾਓ ਵਾਪਸ। ਹੁਣ ਸੰਗਤ ਸਾਰੀ ਬੈਠੀ ਸੀਗੀ, ਉੱਥੇ ਕੌਣ ਬੈਠਾ ਸੰਗਤ 'ਚ? ਬਾਬਾ ਬੁੱਢਾ ਸਾਹਿਬ ਵੀ ਬੈਠੇ ਹੋਏ ਨੇ, ਆਖੋ ਵਾਹਿਗੁਰੂ। ਉਹ ਵੀ ਆਏ ਹੋਏ ਸਨ ਜੀ। ਹਾਂਜੀ। ਤਬ ਸਾਹਿਬ ਬੁੱਢੇ ਸੁਨਿਓ ਕਾਰਜ ਨਹਿ ਹੋਵਾ। ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਪਵਿੱਤਰ ਕੰਨਾਂ ਨਾਲ ਸੁਣਿਆ, ਸੰਗਤ 'ਚ ਬੈਠੇ ਹੈ, ਵੀ ਗੱਲ ਬਣੀ ਨਹੀਂ। ਹਾਂਜੀ। ਕੋ ਅਬ ਗਮਨੇ ਪਾਸ ਤਿਸ ਨਹਿ ਦੂਸਰ ਜੋਵਾ। ਗੱਜ ਕੇ ਆਖੋ ਵਾਹਿਗੁਰੂ। ਉਹ ਬਾਬਾ ਜੀ ਸੋਚਦੇ ਵੀ ਹੁਣ ਹੋਰ ਕੌਣ ਜਾਏਗਾ ਉੱਥੇ। ਹਾਂਜੀ। ਆਪ ਜਾਏ ਸ਼੍ਰੀ ਗੁਰ ਕਿਧੋਂ ਤਬ ਕਾਜ ਬਨੇ ਹੈ। ਬਾਬਾ ਬੁੱਢਾ ਜੀ ਸਾਰੀ ਗੱਲ ਜਾਣਦੇ ਹੈ ਵੀ ਜਦੋਂ ਗੁਰੂ ਅਰਜਨ ਸਾਹਿਬ ਆਪ ਜਾਣਗੇ ਫੇਰ ਹੀ ਗੱਲ ਬਣਨੀ ਹੈ, ਉਂਝ ਨਹੀਂ ਗੱਲ ਬਣਨੀ। ਹਾਂਜੀ। ਇਮ ਵਿਚਾਰ ਉਰ ਸਭਾ ਮੈਂ ਨਿਜ ਅਰਜ਼ ਪਨੈ ਹੈ। ਹਾਂਜੀ। ਮੈਂ ਗਮਨੋ ਭਨੀਏ ਹੁਕਮ ਸ਼੍ਰੀ ਗੁਰ ਮੁਸਕਾਏ। ਹਾਂਜੀ। ਭਲੀ ਬਾਤ ਤੁਮ ਜਾਓ ਜੇ ਕਾਰਜ ਬਨ ਜਾਏ। ਹਾਂਜੀ। ਸੁਨ ਸ਼੍ਰੀ ਸਤਿਗੁਰ ਬਾਕ ਕੋ ਬੁੱਢਾ ਗਮਨਾਇਓ। ਹਾਂਜੀ। ਸਨੇ ਸਨੇ ਮਾਰਗ ਚੱਲਿਓ ਤਿਸ ਪੁਰ ਮੈਂ ਆਇਓ। ਧੰਨ ਨੇ ਬਾਬਾ ਬੁੱਢਾ ਸਾਹਿਬ। ਬਾਬਾ ਬੁੱਢਾ ਸਾਹਿਬ ਜੀ ਨੂੰ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਆਪ ਜਾਣਗੇ ਫੇਰ ਹੀ ਗੱਲ ਬਣਨੀ ਹੈ। ਪਰ ਹੁਣ ਉਹ ਕੰਮ ਕਰੀਏ ਜਿਹਦੇ ਨਾਲ ਸਾਡੇ ਗੁਰਾਂ ਦੀ ਮਹਿਮਾ ਜਿਹੜੀ ਆ ਨਾ ਹੋਰ ਵਧੇ। ਗੱਜ ਕੇ ਆਖੋ ਵਾਹਿਗੁਰੂ। ਤੇ ਬਾਬਾ ਜੀ ਸੋਚਦੇ ਵੀ ਮੈਂ ਵੀ ਜਾਣਾ, ਮੈਨੂੰ ਵੀ ਨਾ ਹੋਏਗੀ, ਤੇ ਫਿਰ ਗੁਰੂ ਸਾਹਿਬ ਨੂੰ ਭੇਜਾਂਗੇ, ਗੁਰੂ ਜੀ ਦੀ ਮਹਿਮਾ ਵਧੇਗੀ ਜੀ। ਵੇਖੋ ਕਿੰਨੇ, ਵੇਖੋ ਬਾਬਾ ਬੁੱਢਾ ਜੀ ਸਿਆਣੇ ਜੀ। ਹਾਂਜੀ। ਬਾਬਾ ਬੁੱਢਾ ਸਾਹਿਬ ਵਿਚਾਰ ਕੇ ਨਾ ਸਾਰੀ ਗੱਲ ਆਪਣੇ ਮਨ 'ਚ ਮਹਾਰਾਜ ਨੂੰ ਕਹਿੰਦੇ, ਸੱਚੇ ਪਾਤਸ਼ਾਹ ਜੇ ਤੁਸੀਂ ਹੁਕਮ ਕਰੋ ਤੇ ਮੈਂ ਵੀ ਹੋ ਆਵਾਂ। ਗੱਜ ਕੇ ਆਖੋ ਵਾਹਿਗੁਰੂ। ਫੇਰ ਪੜੋ। ਮੈਂ ਗਮਨੋ ਭਨੀਏ ਹੁਕਮ ਸ਼੍ਰੀ ਗੁਰ ਮੁਸਕਾਏ। ਮਹਾਰਾਜ ਜਾਣ ਕੇ ਵੀ ਬਾਬਾ ਬੁੱਢਾ ਜੀ ਕਿਉਂ ਕਹਿ ਰਹੇ ਨੇ ਜੀ। ਸੱਚੇ ਪਾਤਸ਼ਾਹ ਉਸੇ ਵੇਲੇ ਗੱਲ ਸਮਝ ਗਏ ਜੀ। ਮਹਾਰਾਜ ਮੁਸਕਰਾਉਣ ਲੱਗ ਪਏ। ਹਾਂਜੀ। ਭਲੀ ਬਾਤ ਤੁਮ ਜਾਓ ਜੇ ਕਾਰਜ ਬਨ ਆਏ। ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ ਭਲੀ ਗੱਲ ਹੈ ਜੇ ਤੁਹਾਡੇ ਜਾਇਆ ਕੰਮ ਬਣ ਜੇ ਤੇ। ਪਰ ਮਹਾਰਾਜ ਨੂੰ ਪਤਾ ਹੈ ਵੀ ਬਾਬਾ ਜੀ ਇਹ ਬਚਨ ਜਾਣ ਕੇ ਕਰਦੇ ਆ, ਸਾਡੀ ਵਡਿਆਈ ਵਾਸਤੇ ਕਰਦੇ ਨੇ। ਵੇਖੋ ਨਾ ਜੀ, ਇੱਕ ਬੰਨੇ ਅਸੀਂ ਕਹੀਏ ਬਾਬਾ ਜੀ ਨੂੰ ਬ੍ਰਹਮ ਗਿਆਨੀ, ਤੇ ਦੂਜੇ ਬੰਨੇ ਬਾਬਾ ਜੀ ਨੂੰ ਪਤਾ ਵੀ ਨਾ ਹੋਵੇ ਜੀ। ਐਸਾ ਥੋੜੀ ਹੋ ਸਕਦਾ ਹੈ। ਹਾਂਜੀ। ਸੁਨ ਸ਼੍ਰੀ ਸਤਿਗੁਰ ਬਾਕ ਕੋ ਬੁੱਢਾ ਗਮਨਾਇਓ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਜੀ ਦਾ ਆਗਿਆ ਲੈ ਕੇ ਬਚਨ ਸੁਣ ਕੇ ਚੱਲ ਪਏ ਜੀ। ਸਨੇ ਸਨੇ ਮਾਰਗ ਚੱਲਿਓ ਤਿਸ ਪੁਰ ਮੈਂ ਆਇਓ। ਹੌਲੀ ਹੌਲੀ ਬਾਬਾ ਜੀ ਰਸਤੇ 'ਚ ਚਲਦਿਆਂ ਗੋਇੰਦਵਾਲ ਗੋਬਿੰਦਪੁਰੀ ਸਮ ਜੱਲਣ ਤੀਰ ਵਿਪਾਸ ਬਣਾਇਓ। ਗੋਇੰਦਵਾਲ ਸਾਹਿਬ ਆਏ ਜੀ। ਅੱਗੋਂ ਫਿਰ ਜੋ ਹੋਏਗਾ ਕੱਲ ਨੂੰ ਸਰਵਣ ਕਰਾਂਗੇ। ਮਹਾਰਾਜ ਕਿਰਪਾ ਕਰਨ। ਵੇਖੋ ਆਖੋ ਸਾਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਇਸ ਤਰ੍ਹਾਂ ਨਹੀਂ, ਹੋਰ ਗੱਜ ਕੇ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਜੀ ਕਿੱਡੇ ਸਿਆਣੇ ਜੀ। ਮੈਂ ਵੀ ਜਾਣਾ ਕਹਿਣ ਲੱਗੇ, ਮੈਨੂੰ ਵੀ ਨਾ ਹੋਏਗੀ ਫਿਰ ਗੁਰੂ ਸਾਹਿਬ ਨੂੰ ਭੇਜਾਂਗੇ। ਹਾਂਜੀ। ਸਿੱਖ ਨੂੰ ਆਪਣੀ ਇੱਜ਼ਤ ਦੀ ਨਹੀਂ ਫਿਕਰ, ਸਿੱਖ ਨੂੰ ਤਾਂ ਹੈਗਾ ਗੁਰੂ ਜੀ ਦੀ ਇੱਜ਼ਤ ਹੋਣੀ ਚਾਹੀਦੀ ਹੈ, ਗੁਰੂ ਜੀ ਦਾ ਪ੍ਰਤਾਪ ਹੋਣਾ ਚਾਹੀਦਾ ਹੈ। ਸੋ ਅੱਗੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਜਾਣਗੇ। ਉਹ ਪ੍ਰਸੰਗ ਆਪਾਂ ਕੱਲ ਨੂੰ ਹੁਣ ਸਰਵਣ ਕਰਾਂਗੇ। ਗਰੀਬ ਨਵਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਨਾਮ ਜਪ